ठीक है। मेरा किथे गया? वाहिगुरू जी का खालसा वाहिगुरू जी की फतेह। परम सन्मान जो गुरु सवारियो, सिख मिशनरी कॉलेज वालों चल रही इस रोजाना गुरमुख क्लास विच आप सारिਆਂ ਨੂੰ जी आया। हर मंगलवार ਅਸੀਂ ਭੱਟਾਂ ਦੇ ਸੋਈਆਂ ਦੀ ਸੋਈਏ ਮੁੱਖ ਵਾਕ ਮਹਿਲਾ ਪੰਜਵਾਂ ਔਰ ਉੱਥੇ ਸੋਈਏ ਮਹਿਲੇ ਪੰਜਵੇਂ ਕੇ ਇਹਨਾਂ ਦੀ ਵਿਚਾਰ ਕਰਦੇ ਹਾਂ। ਪਿਛਲੇ ਹਫਤੇ ਅਸੀਂ ਇਹ ਸਾਰੇ ਸੋਈਆਂ ਦੇ ਵਿਚਾਰ ਮੁਕੰਮਲ ਕਰ ਲਈ ਸੀ। ਅੱਜ ਅਸੀਂ ਜੋ ਅਸੀਂ ਪੜ੍ਹਿਆ, ਜੋ ਸੁਣਿਆ, ਜੋ ਵਿਚਾਰਿਆ, ਉਹਨੂੰ ਸਮਰਾਈਜ਼ ਕਰਨ ਲਈ ਉਹਦੀ ਸਮਰੀ ਜੋ ਹੈ ਉਹ ਵਿਚਾਰ ਅਸੀਂ ਸ਼ੁਰੂ ਕਰਾਂਗੇ। ਇਹ ਵਿਚਾਰਾਂ ਗਿਆਨੀ ਅੰਮ੍ਰਿਤਪਾਲ ਸਿੰਘ ਜੀ ਸਾਡੇ ਨਾਲ ਸਾਂਝੀਆਂ ਕਰ ਰਹੇ ਹਨ ਔਰ ਸਾਰੀਆਂ ਹੀ ਜੋ ਭੱਟਾਂ ਦੇ ਸੋਈਆਂ ਦੀ ਵਿਚਾਰ ਸੀ, ਸੋਈਏ ਮੁੱਖ ਵਾਕ ਮਹਿਲਾ ਪੰਜਵਾਂ ਦੀ ਵਿਚਾਰ ਗਿਆਨੀ ਅੰਮ੍ਰਿਤਪਾਲ ਸਿੰਘ ਜੀ ਨੇ ਸਾਡੇ ਨਾਲ ਕੀਤੀ ਹੈ। ਤੋ ਅੱਜ ਵੀ ਅਸੀਂ ਉਹਨਾਂ ਨੂੰ ਬੇਨਤੀ ਕਰਦੇ ਕਿ ਇਹਨਾਂ ਸੋਈਆਂ ਦੀ ਸ਼ਾਰਟ ਫਾਰਮ ਦੇ ਵਿੱਚ ਸਾਡੇ ਨਾਲ ਵਿਚਾਰਾਂ ਸਾਂਝੀਆਂ ਕਰਨ ਗਿਆਨੀ ਅੰਮ੍ਰਿਤਪਾਲ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। परम सत्कारयोग चेयरमैन सिख मिशनरी कॉलेज लुधियाना सरदार हरजीत सिंह जी ਅਤੇ ਉਹਨਾਂ ਦੇ ਸਮੁੱਚੇ ਵਿਦਵਾਨਾਂ ਦੀ ਟੀਮ, ਇਸ ਦੇ ਨਾਲ ਹੀ ਇਸ ਕਲਾਸ ਵਿੱਚ ਜੁੜੇ ਹੋਏ ਸਾਰੇ ਹੀ ਗੁਰਮੁਖ ਪਿਆਰਿਆਂ ਨੂੰ ਮੇਰੇ ਵੱਲੋਂ ਬਹੁਤ ਹੀ ਪਿਆਰ ਸਹਿਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਿਛਲੇ ਕੁਝ ਮਹੀਨਿਆਂ ਤੋਂ ਲਗਾਤਾਰ ਭੱਟਾਂ ਦੇ ਮੁਖਾਰਬਿੰਦ ਤੋਂ ਉਚਾਰਨ ਸਵਈਆਂ ਦੀ ਵਿਚਾਰ ਜਿਹੜੀ ਹੈ ਅਸੀਂ ਕਰ ਚੁੱਕੇ ਹਾਂ। ਇਹਨਾਂ ਸਵਈਆਂ ਦੀ ਵਿਚਾਰ ਦੇ ਵਿੱਚ ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ, ਸਤਿਗੁਰੂ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ, ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ, ਸਤਿਗੁਰੂ ਗੁਰੂ ਰਾਮਦਾਸ ਪਾਤਸ਼ਾਹ ਜੀ ਮਹਾਰਾਜ ਤੇ ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ, ਪੰਜ ਗੁਰੂ ਸਾਹਿਬਾਨਾਂ ਦੀ ਸਿਫਤ ਸਲਾਹ ਦੇ ਜਿਹੜੇ ਸਵਈਏ ਭੱਟਾਂ ਨੇ ਉਚਾਰੇ ਸਨ, ਉਹਨਾਂ ਦੀ ਅਸੀਂ ਇਹ ਵਿਚਾਰ ਸਾਂਝੀ ਕੀਤੀ ਹੈ। ਤੇ ਇਹ ਜਿਹੜੀ ਵਿਚਾਰ ਹੈ ਅੱਜ ਦੀ, ਇਸ ਵਿਚਾਰ ਦੇ ਵਿੱਚ ਸਾਰਿਆਂ ਹੀ ਭੱਟਾਂ ਦੇ ਮੁਖਾਰਬਿੰਦ ਤੋਂ ਉਚਾਰਨ ਸਵਈਆਂ ਦੀ ਜਿਹੜੀ ਸਮਰੀ ਹੋਏਗੀ, ਜਿਹਦੀ ਅੱਜ ਅਸੀਂ ਵਿਚਾਰ ਕਰਨ ਜਾ ਰਹੇ ਹਾਂ। ਇਹ ਜਿਹੜੇ ਭੱਟ ਸਾਹਿਬਾਨ ਨੇ ਸਤਿਗੁਰੂ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਚਰਨਾਂ ਵਿਖੇ ਆਏ ਸਨ। ਸਭ ਤੋਂ ਪਹਿਲਾਂ ਗੁਰੂ ਅਮਰਦਾਸ ਪਾਤਸ਼ਾਹ ਜੀ ਦੀ ਸ਼ਰਨ ਦੇ ਵਿੱਚ ਸਤਿਗੁਰੂ ਪਾਤਸ਼ਾਹ ਦੇ ਚਰਨਾਂ ਚ ਆਏ ਸਨ। ਇੱਥੋਂ ਉਹਨਾਂ ਨੇ ਸਾਰਾ ਕੁਝ ਦੇਖਿਆ, ਵਿਚਾਰਿਆ ਔਰ ਗੁਰੂ ਸਾਹਿਬ ਦੇ ਸਿਧਾਂਤ ਨੂੰ ਸਮਝਿਆ। ਸਵਈਆਂ ਦੀ ਜਦੋਂ ਆਰੰਭਤਾ ਹੋਈ ਸੀ, ਉਦੋਂ ਮੈਂ ਇੱਕ ਸ਼ਿਜਰਾ ਦਿੱਤਾ ਸੀ ਭੱਟਾਂ ਨਾਲ ਸੰਬੰਧਿਤ, ਔਰ ਬਾਅਦ ਵਿੱਚ ਕਾਫੀ ਖੋਜ ਵਿਚਾਰ ਤੋਂ ਬਾਅਦ ਸਮਝ ਪਈ ਕਿ ਉਹ ਜਿਹੜਾ ਸ਼ਿਜਰਾ ਸੀ ਆਰੰਭਤਾ ਵਾਲਾ, ਉਹ ਅਸਲ ਚ ਪੌਰਾਣਿਕ ਤਰਜ਼ ਦੇ ਉੱਪਰ ਲਿਖਿਆ ਗਿਆ, ਜਿਹਦਾ ਰਿਐਲਿਟੀ ਨਾਲ, ਅਸਲੀਅਤ ਨਾਲ ਕੋਈ ਸੰਬੰਧ ਨਹੀਂ, ਜਿਹਦੇ ਵਿੱਚ ਸੂਰਜਵੰਸ਼ੀ ਰਾਜਾ ਸਗਰ ਦੀ ਇਹ ਅੰਸ਼ ਦੱਸੇ ਗਏ ਨੇ ਭੱਟ, ਪਰ ਉਹ ਬਾਅਦ ਵਿੱਚ ਜਿਹੜੇ ਪੁਰਾਣਿਕ ਸਾਬਤ ਹੋ ਰਹੇ ਨੇ ਉਹਨਾਂ ਚ ਅਸਲੀਅਤ ਨਹੀਂ। ਅਸੀਂ ਸਿਰਫ ਇਸ ਤਰ੍ਹਾਂ ਕਹਿ ਸਕਦੇ ਹਾਂ ਕਿ ਭੱਟਰਈਆ ਜੀ ਦੀ ਪੀੜ੍ਹੀ ਦੇ ਵਿੱਚ ਖਾਨਦਾਨ ਇਹ ਆਏ ਭੱਟ ਸਾਹਿਬਾਨ। ਭੱਟਰਈਆ ਜੀ ਦੇ 6 ਪੁੱਤਰ ਸਨ: ਭੱਟ ਸੇਖਾ, ਭੱਟ ਗੋਪਾ, ਭੱਟ ਪਿੱਖਾ, ਭੱਟ ਚੋਖਾ, ਭੱਟ ਤੋਖਾ ਤੇ ਭੱਟ ਟੋਡਾ। ਇਹਨਾਂ ਵਿੱਚੋਂ ਭੱਟ ਪਿੱਖਾ ਤੇ ਭੱਟ ਟੋਡਾ ਗੁਰੂ ਅਮਰਦਾਸ ਪਾਤਸ਼ਾਹ ਦੇ ਦਰਸ਼ਨ ਕਰ ਚੁੱਕੇ ਨੇ ਔਰ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਦੇ ਘਰ ਦੇ ਸਿਧਾਂਤਾਂ ਨੂੰ ਜਾਣ ਚੁੱਕੇ ਨੇ। ਉਸ ਤੋਂ ਬਾਅਦ ਜਦੋਂ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਅੰਤਲਾ ਸਮਾਂ ਸੀ, ਜਦੋਂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਗੁਰਤਾ ਗੱਦੀ ਤੇ ਬਿਰਾਜਮਾਨ ਹੋਣਾ ਸੀ, ਉਦੋਂ ਵੀ ਇਹ ਭੱਟ ਸਾਹਿਬਾਨ ਆਏ, ਜਿਹਦੇ ਵਿੱਚ ਭੱਟ ਪਿੱਖਾ ਵੀ ਆਏ, ਜਿਹੜੇ ਪਹਿਲਾਂ ਵੀ ਆਏ ਸਨ। ਅੱਗੋਂ ਭੱਟ ਪਿੱਖੇ ਦੇ 3 ਪੁੱਤਰ ਵੀ ਆਏ: ਭੱਟ ਕੀਰਤ, ਭੱਟ ਮਥੁਰਾ ਤੇ ਭੱਟ ਜਾਲਪ। ਤੇ ਭੱਟ ਪਿੱਖੇ ਦੇ ਭਰਾਵਾਂ ਦੇ ਪੁੱਤਰ ਵੀ ਆਏ: ਭੱਟ ਸੇਖੇ ਦਾ ਪੁੱਤਰ ਭੱਟ ਸਲ ਤੇ ਭੱਟ ਪਲ।
ਪਟ ਗੋਪੇ ਦਾ ਪੁੱਤਰ ਪਟ ਹਰਬੰਸ, ਪਟ ਚੋਖੇ ਦੇ 2 ਪੁੱਤਰ ਪਟ ਕਲਸਹਾਰ ਤੇ ਪਟ ਗਿਆੰਦ, ਪਟ ਤੋਖੇ ਦਾ 1 ਪੁੱਤਰ ਪਟ ਬਲ ਤੇ 1 ਪਟ ਹੈ ਪਟ ਨਲ, ਜਿਹਨੂੰ ਪਟ ਦਾਸ ਵੀ ਕਹਿੰਦੇ ਨੇ, ਉਹਦਾ ਉਪਨਾਮ ਹੈ। ਉਹਦੇ ਬਾਰੇ ਜ਼ਿਆਦਾ ਜਾਣਕਾਰੀ ਦਾ ਪਤਾ ਨਹੀਂ ਹੈ, ਹੋ ਸਕਦਾ ਹੈ ਇਹਨਾਂ ਦੇ ਹੀ ਭਤੀਜਾ ਭਰਾਵਾਂ ਦਾ ਕੋਈ ਸਾਥੀ ਹੋਵੇ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਪੰਨਾ 1399 ਤੋਂ ਲੈ ਕੇ 1409 ਤੱਕ ਭੱਟਾਂ ਦੇ ਮੁਖਾਰਬਿੰਦ ਤੋਂ ਉਚਾਰਨ 100 ਤੇ 22 ਸਵਈਏ ਮਿਲਦੇ ਹਨ। ਉਸ ਤੋਂ ਪਹਿਲਾਂ 21 ਸਵਈਏ ਸਤਿਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਉਚਾਰਨ ਕੀਤੇ ਹੋਏ, ਟੋਟਲ 143 ਸਵਈਏ। ਜਿਹੜੇ ਭੱਟ ਨੇ, ਇਹਨਾਂ ਦਾ ਰਹਿਣ ਦਾ ਇਲਾਕਾ ਜਿਹੜਾ ਮੰਨਿਆ ਗਿਆ ਜੀਂਦ ਵਾਲੇ ਪਾਸੇ, ਹਰਿਆਣੇ ਦੇ ਵਿੱਚ ਜੀਂਦ, ਉਹ ਹੈ ਸਾਰਸੁਤ ਬ੍ਰਾਹਮਣ, ਗੌੜ ਬ੍ਰਾਹਮਣ। ਜਿਹੜੇ ਸਰਸਵਤੀ ਤੋਂ ਉਰਲੇ ਜਿਹੜੀ ਕਾਲਪਨਿਕ ਨਦੀ ਇੱਕ ਮੰਨੀ ਗਈ, ਉਹਨੂੰ ਸਾਰਸੁਤ ਵੀ ਕਿਹਾ ਗਿਆ। ਪਹੋਏ ਦੇ ਇਲਾਕੇ ਦੇ ਕਰਨਾਲ ਦੇ ਵਿੱਚ ਇਹ ਜਿਹੜੇ ਨੇ ਭੱਟ ਉੱਥੋਂ ਦੇ ਮੰਨੇ ਗਏ ਨੇ, ਜਿਨ੍ਹਾਂ ਦਾ ਕੰਮ ਸੀ ਵੱਡੇ ਵੱਡੇ ਲੋਕਾਂ ਦੇ ਸ਼ਿਜਰੇ ਲਿਖਣੇ। ਪਰ ਭੱਟ ਭਿੱਖਾ ਤੇ ਭੱਟ ਭਿੱਖਾ ਤੇ ਭੱਟ ਟੋਡਾ ਗੁਰੂ ਅਮਰਦਾਸ ਪਾਤਸ਼ਾਹ ਦੇ ਦਰਸ਼ਨ ਕਰ ਚੁੱਕੇ ਨੇ, ਗੁਰਮਤਿ ਸਿਧਾਂਤਾਂ ਨੂੰ ਸਮਝ ਚੁੱਕੇ ਨੇ। ਉਸ ਤੋਂ ਬਾਅਦ 11 ਭੱਟ ਜਿਹੜੇ ਨੇ ਉਹ ਸਤਿਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ, ਕਹਿ ਲਓ ਗੁਰੂ ਰਾਮਦਾਸ ਪਾਤਸ਼ਾਹ ਦੇ ਅੰਤਲੇ ਸਮੇਂ ਗੁਰੂ ਰਾਮਦਾਸ ਪਾਤਸ਼ਾਹ ਦੇ ਦਰਬਾਰ ਦੇ ਵਿੱਚ ਆਏ। ਉਦੋਂ ਵੀ ਉਹਨਾਂ ਨੂੰ ਗੁਰਮਤਿ ਦਾ ਪਤਾ ਚੱਲਿਆ। ਤੇ ਜਦੋਂ ਇਹਨਾਂ ਦੇ ਅਸੀਂ ਸਵਈਆਂ ਨੂੰ ਵਿਚਾਰਦੇ ਹਾਂ ਤੇ ਸਵਈਆਂ ਨੂੰ ਵਿਚਾਰ ਕੇ ਇੱਕ ਬੜੀ ਅਦਭੁਤ ਗੱਲ ਸਾਹਮਣੇ ਆਉਂਦੀ ਹੈ। ਉਹ ਇਹ ਗੱਲ ਕਿ ਜਿਹੜੀ ਗੁਰਬਾਣੀ ਨੂੰ ਅਸੀਂ ਇੰਨੇ ਸਾਲ ਪੜ੍ਹ ਕੇ ਵੀ, ਵਿਚਾਰ ਕੇ ਵੀ ਸਮਝ ਨਾ ਸਕੇ, ਜਿਸ ਗੁਰਮਤਿ ਦੇ ਤੱਤ ਨੂੰ ਅਸੀਂ ਨਾ ਸਮਝ ਸਕੇ, ਭੱਟਾਂ ਨੇ ਸਹਿਜੇ ਸਮਝ ਲਿਆ, ਕਿਉਂਕਿ ਉਹ ਵਿਦਵਾਨ ਸਨ, ਉਹਨਾਂ ਨੇ ਸਹਿਜੇ ਸਮਝ ਲਿਆ। ਭੱਟਾਂ ਦੇ ਇਹਨਾਂ ਸਾਰੇ ਸਵਈਆਂ ਨੂੰ ਤੇ ਅਸੀਂ ਵਿਚਾਰ ਤੇ ਕੀਤੀ ਹੈ, ਪਰ ਵਿਸ਼ੇਸ਼ ਤੌਰ ਤੇ ਮੈਂ ਸਮਰੀ ਵਾਸਤੇ ਤੇ ਬਿਲਕੁਲ ਵੀ ਨਹੀਂ ਪੜਿਆ। ਪਰ ਕਿਉਂਕਿ ਗੁਰਦੁਆਰਾ ਕਲਗੀਧਰ ਸਾਹਿਬ ਵਿਖੇ ਅੰਮ੍ਰਿਤ ਵੇਲੇ ਪ੍ਰਕਾਸ਼ ਤੋਂ ਪਹਿਲਾਂ ਜਿਹਦੇ ਵਿੱਚ ਮੈਂ ਵੀ ਸੇਵਾ 'ਚ ਹਾਜ਼ਰ ਹੁੰਦਾ ਸੀ, ਜਿਸ ਕਾਰਨ ਇਹ ਸਵਈਏ ਜ਼ਬਾਨੀ ਯਾਦ ਰਹੇ। ਸੁਭਾਵਕ ਉਹ ਸਵਈਏ ਯਾਦ ਨੇ, ਤੇ ਜਿਵੇਂ ਜਿਵੇਂ ਹੁਣ ਦਿਮਾਗ ਵਿੱਚ ਬੈਠਦੇ ਹੀ ਵਿਚਾਰ ਚੱਲ ਰਹੀ ਕਿ ਗੁਰੂ ਨਾਨਕ ਪਾਤਸ਼ਾਹ ਬਾਰੇ ਭੱਟਾਂ ਨੇ ਕੀ ਕਿਹਾ, ਗੁਰੂ ਅਮਰਦਾਸ ਪਾਤਸ਼ਾਹ ਬਾਰੇ ਕੀ ਕਿਹਾ, ਸਮਰੀ ਆਪਣੇ ਆਪ ਹੀ ਬਣ ਜਾਏਗੀ ਜਦੋਂ ਅਸੀਂ ਇਹਨੂੰ ਸੰਖੇਪ ਕਰਾਂਗੇ। ਤੇ ਇਹਨਾਂ ਸਾਰਿਆਂ ਭੱਟਾਂ ਦੀ ਸਮਰੀ ਵਿੱਚ ਇੱਕ ਚੀਜ਼ ਜਿਹੜੀ ਉਹ ਬੜੀ ਕਾਮਨ ਹੈ, ਉਹ ਹੈ ਸ਼ਬਦ। ਗੁਰੂ ਦੇ ਸ਼ਬਦ ਦੇ ਰਾਹੀਂ ਰੱਬੀ ਗੁਣਾਂ ਨੂੰ ਸਮਝ ਕੇ ਉਹ ਰੱਬ ਵਰਗੇ ਹੋ ਗਏ। ਸਾਰੇ ਗੁਣਾਂ ਦੇ ਲਈ, ਸਾਰੇ ਗੁਰੂ ਸਾਹਿਬਾਨਾਂ ਦੇ ਲਈ ਇੱਕ ਸੰਖੇਪ ਸਮਰੀ ਹੈ ਕਿ ਪਿਛਲੇ ਗੁਰੂ ਤੋਂ ਸ਼ਬਦ ਗਿਆਨ ਲੈ ਕੇ ਰੱਬੀ ਗੁਣਾਂ ਦੀ ਸਾਂਝ ਪਾ ਕੇ ਅਗਲੇ ਹੋਣ ਵਾਲੇ ਜਿਹੜੇ ਗੁਰੂ ਸੀ ਉਹ ਰੱਬ ਦਾ ਰੂਪ ਹੋ ਗਏ। ਔਰ ਕਿਵੇਂ ਰੱਬੀ ਗੁਣਾਂ ਨੂੰ ਉਹਨਾਂ ਨੇ ਜੀਵਨ ਵਿੱਚ ਧਾਰਿਆ? ਆਪਣੇ ਮਨ ਕਰਕੇ, ਬਚਨਾਂ ਕਰਕੇ ਤੇ ਕਰਮਾਂ ਕਰਕੇ। ਇਹੀ ਕਾਰਨ ਗੁਰੂ ਨਾਨਕ ਪਾਤਸ਼ਾਹ ਜੀ ਰੱਬ ਰੂਪ ਨੇ। ਗੁਰੂ ਨਾਨਕ ਪਾਤਸ਼ਾਹ ਦੇ ਪਾਸੋਂ ਰੱਬ ਦੇ ਗੁਣ ਲੈ ਕੇ ਜਦੋਂ ਭਾਈ ਲਹਿਣਾ ਨੇ ਗੁਣਾਂ ਨੂੰ ਧਾਰਨ ਕਰ ਲਿਆ ਤੇ ਭਾਈ ਲਹਿਣਾ ਵੀ ਰੱਬ ਰੂਪ ਹੋ ਗਏ। ਜੇ ਗੁਰੂ ਨਾਨਕ ਪਾਤਸ਼ਾਹ ਰੱਬ ਰੂਪ ਨੇ ਤੇ ਹੁਣ ਗੁਰੂ ਅੰਗਦ ਦੇਵ ਪਾਤਸ਼ਾਹ ਵੀ ਰੱਬ ਰੂਪ ਨੇ। ਇਹਦਾ ਮਤਲਬ ਗੁਰੂ ਨਾਨਕ ਤੇ ਗੁਰੂ ਅੰਗਦ ਦੇ ਵਿੱਚ ਕੋਈ ਫਰਕ ਨਹੀਂ। ਏਦਾਂ ਹੀ ਗੁਰੂ ਅਮਰਦਾਸ ਪਾਤਸ਼ਾਹ ਜਦੋਂ ਬਾਬਾ ਅਮਰਦਾਸ ਜੀ ਦੇ ਰੂਪ ਵਿੱਚ ਗੁਣਾਂ ਨੂੰ ਧਾਰਨ ਕੀਤਾ, ਗੁਰੂ ਅਮਰਦਾਸ ਸਾਹਿਬ ਬਣੇ, ਰੱਬ ਰੂਪ ਹੋਏ। ਉਦੋਂ ਹੁਣ ਗੁਰੂ ਅਮਰਦਾਸ ਸਾਹਿਬ, ਗੁਰੂ ਅੰਗਦ ਦੇਵ ਪਾਤਸ਼ਾਹ ਤੇ ਗੁਰੂ ਨਾਨਕ ਵਿੱਚ ਕੋਈ ਅੰਤਰ ਨਹੀਂ। ਸਾਰਿਆਂ ਭੱਟਾਂ ਨੇ ਲਗਭਗ ਇਸ ਗੱਲ ਦਾ ਜ਼ਿਕਰ ਕੀਤਾ ਹੈ। ਅੱਜ ਦੀ ਜਿਹੜੀ ਸਾਡੀ ਸਮਰੀ ਹੈਗੀ ਹੈ, ਸਭ ਤੋਂ ਪਹਿਲਾਂ ਗੁਰੂ ਨਾਨਕ ਪਾਤਸ਼ਾਹ ਜੀ ਦੇ ਮੁਖਾਰਬਿੰਦ ਤੋਂ ਉਚਾਰਨ ਭੱਟਾਂ ਦੇ ਸਵਈਏ। ਸਿਰਫ 10 ਸਵਈਏ ਨੇ ਗੁਰੂ ਨਾਨਕ ਸਾਹਿਬ ਦੀ ਸਿਫਤ ਦੇ, ਤੇ ਇਹ 10 ਦੇ 10 ਸਵਈਏ ਭੱਟ ਨਲ ਜੀ ਨੇ ਉਚਾਰੇ ਹੋਏ ਨੇ। ਔਰ ਇੱਕ ਕੀਮਤੀ ਗੱਲ ਇਹ ਵੀ ਹੈ ਕਿ ਜਿਹੜੇ ਵੀ ਭੱਟ ਨੇ ਜਾਂ ਜਿਹੜੇ ਵੀ ਗੁਰੂ ਸਾਹਿਬ ਦੀ ਸਿਫਤ ਵਾਸਤੇ ਭੱਟਾਂ ਨੇ ਜਦੋਂ ਸਵਈਏ ਉਚਾਰਨੇ ਸ਼ੁਰੂ ਕੀਤੇ, ਸਭ ਤੋਂ ਪਹਿਲਾਂ ਉਹਨਾਂ ਨੇ ਇੱਕ ਅਕਾਲ ਪੁਰਖ ਦਾ ਧਿਆਨ ਧਰਿਆ। ਇੱਕ ਬਹੁਤ ਵੱਡੀ ਗੱਲ ਸੀ ਇਹ। ਗੁਰੂ ਨਾਨਕ ਪਾਤਸ਼ਾਹ ਦੀ ਸਿਫਤ ਸ਼ੁਰੂ ਕਰਨ ਲੱਗੇ ਭੱਟ ਅਕਾਲ ਪੁਰਖ ਦਾ ਧਿਆਨ ਕਰਕੇ, ਗੁਰੂ ਅੰਗਦ ਦੇਵ ਪਾਤਸ਼ਾਹ ਦੀ ਸਿਫਤ ਸ਼ੁਰੂ ਕਰਨ ਲੱਗੇ ਅਕਾਲ ਪੁਰਖ ਦਾ ਧਿਆਨ ਕਰਕੇ। ਇਸੇ ਤਰ੍ਹਾਂ ਗੁਰੂ ਅਮਰਦਾਸ ਸਾਹਿਬ, ਗੁਰੂ ਰਾਮਦਾਸ ਸਾਹਿਬ ਤੇ ਗੁਰੂ ਅਰਜਨ ਦੇਵ ਪਾਤਸ਼ਾਹ ਜਿਸ ਗੁਰੂ ਸਾਹਿਬ ਦੀ ਵੀ ਉਹ ਸਿਫਤ ਕਰਨ ਲੱਗੇ, ਸਭ ਤੋਂ ਪਹਿਲਾਂ ਉਹਨਾਂ ਨੇ ਇੱਕ ਅਕਾਲ ਪੁਰਖ ਦਾ ਧਿਆਨ ਧਰਿਆ। ਇਹ ਬੜੀ ਕ੍ਰਾਂਤੀਕਾਰੀ ਗੱਲ ਸੀ ਭੱਟਾਂ ਵਾਸਤੇ। ਕਿਉਂ? ਕਿਉਂਕਿ ਭੱਟ ਜਿਹੜੇ ਨੇ ਤਿੰਨ ਨੂੰ ਮੰਨਦੇ ਨੇ,
33 ਨੂੰ ਮੰਨਦੇ ਨੇ, 33 ਕਰੋੜ ਨੂੰ ਮੰਨਦੇ ਨੇ, ਪਰ ਉਹ 33 ਕਰੋੜ ਉੱਪਰ ਕਾਟਾ ਮਾਰ ਕੇ ਕੇਵਲ ਇੱਕ ਦੇ ਅੱਗੇ ਝੁਕਣਾ, ਇਹ ਬੜੀ ਬੜੀ ਕ੍ਰਾਂਤੀਕਾਰੀ ਘਟਨਾ ਸੀ ਇੱਕ ਬ੍ਰਾਹਮਣ ਵਾਸਤੇ। ਬ੍ਰਾਹਮਣ ਤਿੰਨ ਨੂੰ ਸੰਸਾਰ ਦਾ ਪ੍ਰਮੁੱਖ ਸਮਝਦਾ ਹੈ, ਇੱਕ ਜਨਮ ਦੇਣ ਵਾਲਾ, ਇੱਕ ਰੋਜ਼ੀ ਦੇਣ ਵਾਲਾ, ਇੱਕ ਮੌਤ ਦੇਣ ਵਾਲਾ। ਉਸ ਤੋਂ ਇਲਾਵਾ ਤਿੰਨ ਤੋਂ ਅੱਗੇ ਕਈ ਅੱਗੋਂ ਭਾਗ ਹੋ ਜਾਂਦੇ ਨੇ, ਕਈ ਅਵਤਾਰ ਹੋ ਜਾਂਦੇ ਨੇ, ਕਈ ਦੇਵੀ ਦੇਵਤੇ ਹੋ ਜਾਂਦੇ ਨੇ। 33 ਕਰੋੜ ਨੂੰ ਮੰਨਣ ਵਾਲਾ, ਥਾਂ ਥਾਂ ਤੇ ਮੱਥਾ ਟੇਕਣ ਵਾਲਾ, ਪੈਰ ਪੈਰ ਤੇ ਪੂਜਣ ਵਾਲਾ, ਚਾਹੇ ਉਹ ਦਰਖਤ ਹੈ, ਭਾਵੇਂ ਨਦੀ ਨਾਲਾ ਹੈ, ਭਾਵੇਂ ਪਹਾੜ ਹੈ, ਭਾਵੇਂ ਜ਼ਮੀਨ ਹੈ, ਭਾਵੇਂ ਆਸਮਾਨ ਹੈ, ਭਾਵੇਂ ਪਸ਼ੂ, ਭਾਵੇਂ ਪੰਛੀ, ਹਰ ਇੱਕ ਨੂੰ ਮੱਥੇ ਟੇਕਣ ਵਾਲਾ, ਦੇਵਤਾ ਮੰਨਣ ਵਾਲਾ, ਜਦੋਂ ਆਪਣੀ ਸਾਰੀ ਜ਼ਿੰਦਗੀ ਦੀ ਧਰਮ ਦੀ ਬੇਸ ਦੀ ਸਿੱਖਿਆ ਨੂੰ ਕਾਟਾ ਮਾਰ ਕੇ ਕਵੇ ਕਿ ਇੱਕ ਅਕਾਲ ਪੁਰਖ, ਤੇ ਬਹੁਤ ਵੱਡੀ ਕ੍ਰਾਂਤੀ ਹੈ ਇਹ, ਬੜੀ ਵੱਡੀ ਤਬਦੀਲੀ ਸੀ ਉਹਨਾਂ ਦੀ ਜ਼ਿੰਦਗੀ 'ਚ। ਅੱਜ ਅਸੀਂ ਆਪਣੇ ਆਪ ਨੂੰ ਸਿੱਖ ਕਹਾਣ ਵਾਲੇ ਵੀ ਇਹ ਤਬਦੀਲੀ ਅੱਜ ਆਪਣੇ 'ਚ ਨਹੀਂ ਲੈ ਕੇ ਆ ਰਹੇ। ਅਸੀਂ ਵੀ ਇੱਕ ਨੂੰ ਛੱਡ ਕੇ ਦਰ ਦਰ ਤੇ ਮੱਥੇ ਟੇਕਣ ਲੱਗ ਜਾਂਦੇ ਹਾਂ। ਗੁਰਦੁਆਰੇ ਵੜਦੇ ਹਾਂ ਸਾਰੀ, ਕੋਈ ਦਲੀਚ ਤੇ ਮੱਥਾ ਟੇਕਦਾ, ਕੋਈ ਥੜੇ ਨੂੰ ਮੱਥਾ ਟੇਕੀ ਜਾਂਦਾ, ਕੋਈ ਕੰਧਾਂ ਨੂੰ ਮੱਥਾ ਟੇਕੀ ਜਾਂਦਾ, ਰਸਤੇ 'ਚ ਆਈਆਂ ਕੋਈ ਫੋਟੋਆਂ ਨੂੰ ਮੱਥੇ ਟੇਕੀ ਜਾਂਦਾ, ਕੋਈ ਇੱਕ ਇੱਕ ਪੌੜੀ ਨੂੰ ਮੱਥਾ ਟੇਕਦਾ ਆ ਰਿਹਾ। ਗੁਰੂ ਦੀ ਵਾਰੀ ਤੇ ਸਭ ਤੋਂ ਅਖੀਰ ਚੱਲਦੀ ਹੈ, ਚੱਲ ਤੇਰਾ ਵੀ ਲਾਂਭਾ ਲਾ ਦਿੰਦੇ ਆ, ਤੈਨੂੰ ਵੀ ਮੱਥਾ ਟੇਕ ਹੀ ਦਿੰਦੇ ਆ। ਫਿਰ ਉਹੀ ਗੁਰੂ ਜਿਹਨੂੰ ਮੱਥਾ ਟੇਕਿਆ, ਜਿਹਦੇ ਕੇ ਸੀਸ ਭੇਟ ਕੀਤਾ, ਜਦੋਂ ਜ਼ਿੰਦਗੀ 'ਚ ਦੁੱਖ ਆਇਆ, ਮੁਸੀਬਤ ਆਈ, ਕਿਸੇ ਨੇ ਕਹਿ ਦਿੱਤਾ ਫਲਾਣੇ ਬਾਬੇ ਤੋਂ ਸੇਬ ਖਾਧਿਆਂ ਪੁੱਤਰ ਮਿਲ ਜਾਂਦਾ ਹੈ, ਗੁਰੂ ਨੂੰ ਛੱਡ ਕੇ ਉਧਰ ਤੁਰ ਪੈਂਦਾ ਹੈ। ਪਤਾ ਲੱਗ ਜਾਏ ਫਲਾਣੀ ਕਬਰ ਤੇ ਦੀਵਾ ਜਗਾਇਆ ਸੁੱਖ ਮਿਲ ਜਾਂਦਾ, ਉਧਰ ਤੁਰ ਪੈਂਦਾ। ਫਲਾਣੇ ਪਿੱਪਰ ਨੂੰ ਪੂਜਿਆ, ਫਲਾਣੀ ਤੁਲਸੀ ਨੂੰ ਗਾਨਾ ਬੰਨਿਆ, ਫੈਕਟਰੀ ਚੱਲ ਪੈਂਦੀ, ਦੁਕਾਨ ਚੱਲ ਪੈਂਦੀ, ਉਧਰ ਤੁਰ ਪੈਂਦਾ। ਫਲਾਣੇ ਕਰਮ ਕਾਂਡ ਕੀਤਿਆਂ ਦੁੱਖ ਰੋਗ ਖਤਮ ਹੋ ਜਾਂਦੇ ਨੇ, ਉਹ ਕਰਨ ਲੱਗ ਜਾਂਦਾ। ਦਰ ਦਰ ਨੂੰ ਤੇ ਇਹਨੇ ਰੱਬ ਬਣਾਇਆ ਹੋਇਆ, ਪੈਰ ਪੈਰ ਨੂੰ ਰੱਬ ਬਣਾਇਆ ਹੋਇਆ। ਜਿਹੜੀ ਕ੍ਰਾਂਤੀ, ਜਿਹੜੀ ਤਬਦੀਲੀ ਸਾਡੇ 'ਚ ਨਹੀਂ ਅਜੇ ਤੱਕ ਆ ਸਕੀ, ਉਹ ਪੱਟਾਂ 'ਚ ਆ ਗਈ ਸੀ। ਇੱਕ ਮੇਲ ਗੁਰੂ ਅਮਰਦਾਸ ਸਾਹਿਬ ਜੀ ਦਾ 2 ਪੱਟਾਂ ਦਾ, ਜਿਹਦੇ ਵਿੱਚੋਂ ਇੱਕ ਪੱਟ ਭਿੱਖਾ ਦੁਬਾਰਾ ਆਏ, ਤੇ ਨਾਲ 10 ਉਹਨਾਂ ਦੇ ਹੋਰ ਵੀ ਨੇ ਪੱਟ, ਉਹਨਾਂ ਦੇ ਪੁੱਤਰ ਭਤੀਜੇ, 11 ਦੇ 11 ਜਦੋਂ ਗੁਰਮਤਿ ਨੂੰ ਸਮਝਦੇ ਨੇ, ਉਦੋਂ ਇੱਕ ਰੱਬ ਨਾਲ ਜੁੜ ਜਾਂਦੇ ਨੇ। ਇਹੀ ਕਾਰਨ ਗੁਰੂ ਨਾਨਕ ਸਾਹਿਬ ਜੀ ਜਦੋਂ ਸਿਫਤ ਆਰੰਭ ਹੋਈ ਤੇ ਉਦੋਂ ਪੱਟ ਨਾਲ ਜੀ ਇੱਥੋਂ ਆਰੰਭ ਕਰਦੇ ਨੇ, ਇੱਕ ਮਨ ਪੁਰਖ ਧਿਆਏ ਵਰਦਾਤਾ। ਇੱਕ ਮਨ ਹੋ ਕੇ ਉਸ ਅਕਾਲ ਪੁਰਖ, ਪੁਰਖ ਦੇ ਖੱਖੇ ਨੌਕਰ, ਜਿਹੜਾ ਇੱਕੋ ਇੱਕ ਪੁਰਖ ਹੈ, ਉਸ ਅਕਾਲ ਪੁਰਖ ਨੂੰ ਇਕਾਗਰ ਮਨ ਨਾਲ ਸਿਮਰ ਕੇ ਜੋ ਬਖਸ਼ਾ ਕਰਨ ਵਾਲਾ ਹੈ, ਮੈਂ ਉਹਨੂੰ ਸਿਮਰ ਕੇ ਗੁਰੂ ਨਾਨਕ ਦੇ ਗੁਣ ਗਾਣ ਲੱਗਿਆ ਹਾਂ। ਇਹ ਬੜੀ ਵੱਡੀ ਤਬਦੀਲੀ ਸੀ ਉਹਨਾਂ ਦੇ ਜੀਵਨ ਦੇ ਵਿੱਚ, ਜਿਹੜੇ ਕ੍ਰਾਂਤੀਕਾਰੀ ਬਦਲਾਅ 3 ਨੂੰ 33 ਨੂੰ 33 ਕਰੋੜ ਨੂੰ ਛੱਡ ਕੇ ਇੱਕ ਨਾਲ ਸਾਂਝ ਪਾ ਰਹੇ ਨੇ। ਔਰ ਜਦੋਂ ਇੱਕ ਨਾਲ ਸਾਂਝ ਪਾਈ, ਗੁਰੂ ਨਾਨਕ ਸਾਹਿਬ ਦੀ ਜਦੋਂ ਉਹ ਸਿਫਤ ਕਰਦੇ ਨੇ ਤੇ ਉਦੋਂ ਆਖਦੇ ਨੇ, ਗਾਵੋਂ ਗੁਣ ਪਰਮ ਗੁਰੂ ਸੁਖ ਸਾਗਰ। ਮੈਂ ਉਸ ਗੁਰੂ ਨਾਨਕ ਨੂੰ ਗਾਉਂਦਾ ਹਾਂ ਜਿਹੜਾ ਪਰਮ ਗੁਰੂ ਹੈ ਔਰ ਸੁੱਖਾਂ ਦਾ ਸਾਗਰ ਹੈ। ਸੁੱਖਾਂ ਦਾ ਸਾਗਰ ਇਸ ਕਰਕੇ ਹੈ, ਸਮੁੰਦਰ ਦਾ ਸੁਭਾਅ ਹੈ, ਜਦੋਂ ਕੋਈ ਨਦੀ ਦਰਿਆ ਸਾਗਰ ਦੇ ਚਰਨਾਂ ਨੂੰ ਛੂੰਹਦੀ ਹੈ, ਉਸ ਨਦੀ ਉਸ ਦਰਿਆ ਦੇ ਵਿੱਚ ਬਹੁਤ ਸਾਰਾ ਚਿੱਕੜ ਹੁੰਦਾ ਹੈ। ਮੈਦਾਨੀ ਇਲਾਕੇ ਵਿੱਚੋਂ ਬਹੁਤ ਸਾਰੀਆਂ ਚੀਜ਼ਾਂ, ਕੂੜ ਕਬਾੜ, ਬਹੁਤ ਸਾਰਾ ਚਿੱਕੜ, ਇਹ ਦਰਿਆ ਨਦੀਆਂ ਨਾਲ ਲੈ ਕੇ ਆਉਂਦੇ ਨੇ। ਤੇ ਸਾਗਰ ਪਹਿਲਾ ਕੰਮ ਕਰਦਾ ਹੈ, ਉਹਨਾਂ ਦੀ ਗੰਦਗੀ ਨੂੰ ਆਪਣੇ 'ਚ ਢੱਕ ਲੈਂਦਾ ਹੈ। ਤੇ ਦੂਜਾ ਕੰਮ ਸਾਗਰ ਇਹ ਕਰਦਾ ਹੈ, ਉਹਨਾਂ ਨਦੀਆਂ ਦਰਿਆਵਾਂ ਨੂੰ ਆਪਣੇ ਵਰਗਾ ਕਰ ਲੈਂਦਾ ਹੈ। ਜਦੋਂ ਦਰਿਆ ਨੇ ਸਾਗਰ ਦੇ ਚਰਨਾਂ ਨੂੰ ਛੋਹਿਆ, ਉਸ ਤੋਂ ਬਾਅਦ ਉਹ ਦਰਿਆ ਸਾਗਰ ਬਣ ਗਿਆ। ਕਿਸੇ ਨੇ ਨਹੀਂ ਕਿਹਾ ਅੱਜ ਤੱਕ ਸਮੁੰਦਰ ਵਿੱਚ ਆ ਸਤਲੁਜ ਦਰਿਆ ਵਗ ਰਿਹਾ ਹੈ, ਸਮੁੰਦਰ ਦੇ ਵਿੱਚ ਆ ਬਿਆਸ, ਇਹ ਰਾਵੀ, ਇਹ ਚਨਾਹ ਦਰਿਆ ਵਗ ਰਿਹਾ ਹੈ। ਬਿਲਕੁਲ ਨਹੀਂ। ਜਿੱਥੇ ਚਰਨਾਂ ਨੂੰ ਛੋਹ ਲਿਆ, ਦਰਿਆ ਸਾਗਰ ਹੋ ਗਿਆ। ਗੁਰੂ ਨਾਨਕ ਦੀ ਇਹ ਸਿਫਤ ਹੈ, ਉਹ ਪਰਮ ਗੁਰੂ ਨੇ, ਸੁੱਖਾਂ ਦੇ ਸਾਗਰ ਨੇ, ਜਿਨ੍ਹਾਂ ਵਿੱਚ ਕੋਈ ਮਨੁੱਖ ਪਾਪਾਂ ਗੁਨਾਹਾਂ ਨਾਲ ਭਰਿਆ ਹੋਇਆ, ਜਦੋਂ ਗੁਰੂ ਸ਼ਬਦ ਵਿੱਚ ਲੀਨ ਹੁੰਦਾ ਹੈ, ਗੁਰੂ ਸਭ ਤੋਂ ਪਹਿਲਾਂ ਉਹਨਾਂ ਦੇ ਪਾਪਾਂ ਦੇ ਪਰਦੇ ਢੱਕ ਲੈਂਦਾ ਹੈ। ਗੁਰੂ ਦਾ ਕੰਮ ਹੈ, ਨਿਰਗੁਣ ਰਾਖ ਲਿਆ ਸੰਤਨ ਕਾ ਸਦਕਾ, ਸਤਿਗੁਰੂ ਢਾਕ ਲਿਆ ਮੋਹਿ ਪਾਪੀ ਪੜਦਾ। ਗੁਰੂ ਪਰਦੇ ਪਾ ਦਿੰਦਾ, ਢੱਕ ਲੈਂਦਾ ਪਾਪਾਂ ਨੂੰ। ਦੂਜਾ, ਗੁਰੂ ਉਸ ਜੀਵ ਨੂੰ ਆਪਣੇ ਵਰਗਾ ਹੀ ਕਰ ਲੈਂਦਾ ਹੈ। ਭਾਈ ਲਹਿਣਾ ਆਏ, ਭਾਈ ਲਹਿਣੇ ਨੂੰ ਗੁਰੂ ਨਾਨਕ ਪਾਤਸ਼ਾਹ ਨੇ ਆਪਣੇ ਵਰਗਾ ਕਰ ਲਿਆ। ਇਸ ਕਰਕੇ ਸੁਖ ਸਾਗਰ ਕਹਿ ਕੇ ਸੰਬੋਧਨ ਕੀਤਾ। ਗਾਵੋਂ ਗੁਣ ਪਰਮ ਗੁਰੂ ਸੁਖ ਸਾਗਰ, ਦੁਰਤ ਨਿਵਾਰਨ ਸ਼ਬਦ ਸਰੇ। ਦੁਰਤ ਨਿਵਾਰਨ ਮੈਨੇ ਜਿਹੜੇ ਪਾਪਾਂ ਦਾ ਨਾਸ਼ ਕਰ ਦਿੰਦੇ ਨੇ ਸ਼ਬਦ ਦੇ ਨਾਲ। ਸ਼ਬਦ ਦਾ ਸਰੋਵਰ ਉਹ ਗੁਰੂ ਜਿਹੜੇ ਜੀਵ ਦੇ ਪਾਪਾਂ ਨੂੰ ਨਾਸ਼ ਕਰ ਦਿੰਦੇ ਨੇ। ਮੈਂ ਉਸ ਗੁਰੂ ਨਾਨਕ ਦੇ ਗੁਣਾਂ ਨੂੰ ਗਾਉਂਦਾ ਹਾਂ। ਤੇ ਦੂਜੀ ਗੱਲ ਉਹਨਾਂ ਨੇ ਕਹੀ ਕਿ ਗੁਰੂ ਉਹ ਹੈ
ਜਿਹੜਾ ਰਾਜਾ ਵੀ ਹੈ ਤੇ ਜੋਗੀ ਵੀ ਹੈ। ਅੱਜ ਤੱਕ ਜੋਗੀ ਜੋਗੀ ਰਿਹਾ, ਰਾਜਾ ਰਾਜਾ ਰਿਹਾ। ਗੁਰੂ ਨਾਨਕ ਪਾਤਸ਼ਾਹ ਵਿੱਚ ਸੰਤ ਸਿਪਾਹੀ, ਭਗਤੀ ਸ਼ਕਤੀ, ਰਾਜ ਜੋਗ ਦੋਨੋਂ ਗੁਣ ਹਨ। ਇਸ ਕਰਕੇ ਕਬ ਕਲ ਸੁਜਸ ਗਾਵੋ ਗੁਰੂ ਨਾਨਕ, ਰਾਜ ਜੋਗ ਜਿਨ ਮਾਣਿਓ। ਮੈਂ ਗੁਰੂ ਨਾਨਕ ਦੀ ਸਿਫਤ ਕਰਦਾ ਹਾਂ। ਪਹਿਲੇ 10 ਸਵਈਏ ਭੱਟ ਕਲ ਸਹਾਰਦੇ ਹਨ। ਭੱਟ ਕਲ ਸਹਾਰ ਕੇਵਲ ਕਵੀ ਹੈ ਜਿਨੇ ਗੁਰੂ ਨਾਨਕ ਪਾਤਸ਼ਾਹ ਦੀ ਸਿਫਤ ਦੇ ਇਹ 10 ਸਵਈਏ ਗਏ। ਔਰ ਇਸ ਤੋਂ ਬਾਅਦ ਅਖੀਰ ਤੇ ਜਦੋਂ ਸਵਈਆਂ ਦੇ ਵਿੱਚ ਜਦੋਂ ਭੱਟ ਕਲ ਸਹਾਰ ਸਿਫਤ ਕਰਦੇ ਨੇ, ਉਹਨਾਂ ਨੇ ਜਿੰਨੇ ਵੀ ਆਪਣੇ ਦੇਵੀ ਦੇਵਤੇ, ਜਿੰਨੇ ਵੀ ਆਪਣੇ ਰਿਸ਼ੀ ਮੁਨੀ, ਉਹਨਾਂ ਸਾਰਿਆਂ ਦਾ ਜ਼ਿਕਰ ਕੀਤਾ। ਇੰਦਰਾਦ ਹੈ, ਭਗਤ ਪ੍ਰਹਲਾਦ ਹੈ, ਜਾਂ ਉਹਨਾਂ ਦੇ ਵਿੱਚ ਜਨਕ ਆਦਿਕ ਹਨ, ਸਨਕਾਦਿਕ ਹਨ, ਬ੍ਰਹਮਾ ਦੇ ਪੁੱਤਰ, ਜਾਂ ਸਿੱਧ ਸਾਧਿਕ ਹਨ, ਧਰੂਵ ਹੈ, ਜਾਂ ਇਹਦੇ ਤੋਂ ਇਲਾਵਾ ਅਨੇਕਾਂ ਵੀ ਉਹਨਾਂ ਦੇ ਪਰਸ਼ੁਰਾਮ ਵਰਗੇ, ਉਦੋ ਵਰਗੇ, ਅਕਰੂਰ ਵਰਗੇ, ਬਿਦਰ ਵਰਗੇ ਜਿੰਨੇ ਵੀ ਇਹਨਾਂ ਦੇ ਦੇਵੀ ਦੇਵਤੇ ਹੋਏ, ਜਾਂ ਜਿੰਨੇ ਵੀ ਇਹਨਾਂ ਦੇ ਰਿਸ਼ੀ ਮੁਨੀ ਹੋਏ, ਉਹਨਾਂ ਸਾਰਿਆਂ ਦਾ ਜ਼ਿਕਰ ਭੱਟ ਕਲ ਸਹਾਰ ਨੇ ਕਰਕੇ ਉਹਨਾਂ ਦੇ ਬਾਰੇ ਇੱਕੋ ਗੱਲ ਕਹੀ ਕਿ ਮੈਨੂੰ ਲੱਗਦਾ ਹੈ ਕਿ ਜਿਹੜੇ ਉਸ ਇੱਕ ਰੱਬ ਨੂੰ ਪੂਜ ਰਹੇ ਨੇ, ਮੇਰੇ ਲਈ ਉਹ ਗੁਰੂ ਨਾਨਕ ਹੀ ਸਭ ਕੁਝ ਹੈ। ਭਾਵ ਇਹ ਸਾਰੇ ਗੁਰੂ ਨਾਨਕ ਨੂੰ ਗਾ ਰਹੇ ਹਨ, ਇਹ ਸਾਰੇ ਗੁਰੂ ਨਾਨਕ ਦੀ ਸਿਫਤ ਨੂੰ ਗਾ ਰਹੇ ਹਨ। ਔਰ ਅਖੀਰ ਤੇ ਭੱਟ ਕਲ ਸਹਾਰ ਜੀ ਨੇ ਜਦੋਂ ਗੁਰੂ ਨਾਨਕ ਸਾਹਿਬ ਦੀ ਸਿਫਤ ਸੰਪੂਰਨ ਕੀਤੀ, ਤੇ ਸੰਪੂਰਨ ਕਰਦਿਆਂ ਕਰਦਿਆਂ ਉਹਨਾਂ ਨੇ ਆਖਰੀ ਤੁਕ ਇਹ ਕਹੀ, ਦੂਰਬਾ ਪਰੂਰੋ ਅੰਗਰੈ ਗੁਰੂ ਨਾਨਕ ਜਸ ਗਾਇਓ, ਕਬ ਕਲ ਸੁਜਸ ਨਾਨਕ ਗੁਰ ਘਟ ਘਟ ਸਹਿਜ ਸਮਾਇਓ। ਜਿਹੜਾ ਪ੍ਰਭੂ ਘਟ ਘਟ ਹਰ ਹਿਰਦੇ ਚ ਸਮਾਇਆ ਹੈ, ਮੇਰੇ ਗੁਰੂ ਨਾਨਕ ਦਾ ਜਸ ਵੀ ਸਾਰਿਆਂ ਹਿਰਦਿਆਂ ਚ ਸਮਾਇਆ ਹੋਇਆ ਹੈ। ਜੇ ਸਾਰਿਆਂ ਹਿਰਦਿਆਂ ਚ ਗੁਰੂ ਨਾਨਕ ਹੀ ਹੈ, ਤੇ ਜਿਹੜੇ ਸਾਡੇ ਰਿਸ਼ੀ ਮੁਨੀ, ਦੇਵੀ ਦੇਵਤੇ ਜਿਸ ਪ੍ਰਭੂ ਦੀ ਸਿਫਤ ਕਰ ਰਹੇ ਨੇ, ਇਹਦਾ ਮਤਲਬ ਗੁਰੂ ਨਾਨਕ ਦੀ ਹੀ ਕਰ ਰਹੇ ਹਨ। ਸਾਰਿਆਂ ਵਿੱਚੋਂ ਹੀ ਤੇ ਹੈ। ਭੱਟ ਕਲ ਸਹਾਰ ਨੇ ਗੁਰੂ ਨਾਨਕ ਪਾਤਸ਼ਾਹ ਨੂੰ ਰੱਬ ਵਾਲਾ ਰੂਪ ਦਿੱਤਾ, ਰੱਬ ਵਾਲੀ ਥਾਂ ਦਿੱਤੀ, ਕਿ ਜਿੰਨੇ ਵੀ ਰੱਬ ਦੀ ਸਿਫਤ ਕਰਨ ਵਾਲੇ ਨੇ, ਲੱਗਦਾ ਗੁਰੂ ਨਾਨਕ ਦੀ ਸਿਫਤ ਗਾਉਣ ਵਾਲੇ ਨੇ। ਭਾਵ ਗੁਰੂ ਨਾਨਕ ਪਾਤਸ਼ਾਹ ਰੱਬ ਵਰਗੇ ਨੇ, ਕਿਉਂ? ਉਹਨਾਂ ਚ ਰੱਬ ਵਾਲੇ ਗੁਣ ਹਨ। ਇਸੇ ਤਰ੍ਹਾਂ ਭੱਟ ਕਲ ਸਹਾਰ ਜੀ ਨੇ ਗੁਰੂ ਅੰਗਦ ਦੇ ਪਾਤਸ਼ਾਹ ਦੀ ਸਿਫਤ ਦੇ ਸਵਈਏ ਜਦੋਂ ਆਰੰਭ ਕੀਤੇ, ਉਦੋਂ ਫਿਰ ਉਹਨਾਂ ਨੇ ਅਕਾਲ ਪੁਰਖ ਦਾ ਧਿਆਨ ਧਰਿਆ, ਇੱਕ ਦਾ ਧਿਆਨ ਧਰਿਆ। 3 ਨੂੰ ਛੱਡ ਕੇ 33 ਕਰੋੜ ਨੂੰ ਛੱਡ ਕੇ ਇੱਕ ਲਫ਼ਜ਼ ਸ਼ੁਰੂਆਤ ਇੱਥੋਂ ਕੀਤੀ, ਸੋਈ ਪੁਰਖ ਧੰਨ ਕਰਤਾ, ਕਾਰਨ ਕਰਤਾਰ ਕਰਨ ਸਮਰਥੋ। ਉਹ ਕਰਤਾਰ ਜਿਹੜਾ ਪੁਰਖ, ਜਿਹੜਾ ਵਿਆਪਕ ਹੈ, ਕਰਤਾ ਮੈਨੇ ਸਭ ਨੂੰ ਬਣਾਉਣ ਵਾਲਾ ਹੈ, ਉਹ ਧੰਤਾ ਯੋਗ ਹੈ। ਤੇ ਮੈਂ ਉਸ ਗੁਰੂ ਦੀ ਸਿਫਤ ਕਰਦਾ, ਉਸ ਰੱਬ ਦੀ ਸਿਫਤ ਕਰਦਾ ਹਾਂ। ਤੇ ਉਸੇ ਰੱਬ ਨਾਲ ਜੁੜੇ ਹੋਏ ਸਤਿਗੁਰੂ ਧੰਨ ਨਾਨਕ, ਗੁਰੂ ਨਾਨਕ ਪਾਤਸ਼ਾਹ ਜਿਹੜੇ ਉਸ ਰੱਬ ਨਾਲ ਜੁੜੇ ਨੇ, ਉਹਨਾਂ ਨੇ ਇਹ ਗੁਰੂ ਅੰਗਦ ਦੇ ਪਾਤਸ਼ਾਹ ਤੁਹਾਡੇ ਮਸਤਕ ਤੇ ਹੱਥ ਧਰ ਦਿੱਤਾ। ਸਤਿਗੁਰ ਧੰਨ ਨਾਨਕ ਮਸਤਕ ਤੁਮ ਧਰਿਓ ਜਿਨ ਹੱਥੋਂ। हे ਗੁਰੂ ਅੰਗਦ ਦੇ ਪਾਤਸ਼ਾਹ, ਮਸਤਕ ਤੁਮ ਮੈਨੇ ਤੁਮ ਮਸਤਕ, ਤੁਹਾਡੇ ਮੱਥੇ ਤੇ ਧਰਿਓ ਜਿਨ ਹੱਥੋਂ, ਜਿਸ ਗੁਰੂ ਨਾਨਕ ਨੇ ਆਪਣਾ ਹੱਥ ਧਰ ਦਿੱਤਾ। ਤੇ ਮੱਥੇ ਤੇ ਹੱਥ ਧਰਨ ਦਾ ਮਤਲਬ, ਮੱਥੇ ਵਿੱਚ ਹੁੰਦੀ ਹੈ ਮੱਤ, ਤੇ ਜਦੋਂ ਗੁਰੂ ਮੱਥੇ ਤੇ ਹੱਥ ਰੱਖਦਾ ਹੈ, ਹੱਥ ਰੱਖਣ ਦਾ ਭਾਵ ਜਦੋਂ ਗੁਰੂ ਦਾ ਸ਼ਬਦ ਮੱਤ ਵਿੱਚ ਆ ਜਾਂਦਾ ਹੈ, ਜਦੋਂ ਗੁਰੂ ਦਾ ਸ਼ਬਦ ਮਸਤਕ ਵਿੱਚ ਆ ਜਾਂਦਾ ਹੈ, ਗੁਰੂ ਦਾ ਸ਼ਬਦ ਕੀ ਕਰਦਾ ਹੈ? ਮੱਥੇ ਵਿੱਚੋਂ ਬੁਰੇ ਵਿਚਾਰ ਕੱਢ ਦਿੰਦਾ ਹੈ, ਸ਼ੁਭ ਵਿਚਾਰ ਭਰ ਦਿੰਦਾ ਹੈ। ਸਾਰੇ ਪਾਪਾਂ ਵਿਕਾਰਾਂ ਨੂੰ ਮਾਰ ਕੇ ਬਾਹਰ ਕੱਢ ਦਿੰਦਾ ਹੈ, ਸ਼ੁਭ ਗੁਣਾਂ ਨੂੰ ਟਿਕਾ ਦਿੰਦਾ ਹੈ, ਜਦੋਂ ਗੁਰੂ ਮੱਥੇ ਤੇ ਹੱਥ ਰੱਖਦਾ ਹੈ। ਕਰ ਹੁਕਮ ਮਸਤਕ ਹੱਥ ਧਰ, ਵਿੱਚੋਂ ਮਾਰ ਕੱਢੀਆਂ ਬੁਰਾਈਆਂ। ਜਦੋਂ ਗੁਰੂ ਮੱਥੇ ਤੇ ਹੱਥ ਧਰਦਾ ਹੈ, ਜਦੋਂ ਗੁਰੂ ਸ਼ਬਦ ਮੱਥੇ ਵਿਚਲੀ ਮੱਤ ਵਿੱਚ ਆਉਂਦਾ ਹੈ, ਸੋਚ ਵਿੱਚ ਸ਼ਬਦ ਸਮਾ ਜਾਂਦਾ ਹੈ, ਉਦੋਂ ਸਾਰੇ ਵਿਕਾਰ ਦੌੜ ਜਾਂਦੇ ਹਨ, ਕੋਈ ਵਿਕਾਰ ਰਹਿੰਦਾ ਨਹੀਂ ਹੈ। ਗੁਰੂ ਇਹ ਕੰਮ ਕਰਦਾ ਹੈ, ਮੱਥੇ ਤੇ ਹੱਥ ਰੱਖਦਾ ਹੈ, ਮੇਰੇ ਹੀਰੇ ਰਤਨ ਨਾਮ ਹਰ ਵਸਿਆ, ਗੁਰ ਹਾਥ ਧਰਿਓ ਮੇਰੇ ਮਾਥਾ, ਜਨਮ ਜਨਮ ਕੇ ਕਿਲ ਵਿਖ ਦੁਖ ਉਤਰੇ, ਗੁਰੂ ਨਾਮ ਦਿਓ ਰਿਣ ਨਾਥਾ। ਸਾਰੇ ਪਾਪ ਵਿਕਾਰ ਦੌੜ ਜਾਂਦੇ ਨੇ ਜਦੋਂ ਗੁਰੂ ਮੱਥੇ ਤੇ ਹੱਥ ਰੱਖਦਾ ਹੈ। हे ਗੁਰੂ ਅੰਗਦ ਦੇ ਪਾਤਸ਼ਾਹ, ਤੁਹਾਡੇ ਮੱਥੇ ਤੇ ਗੁਰੂ ਨਾਨਕ ਨੇ ਹੱਥ ਧਰਿਆ, ਔਰ ਹੱਥ ਧਰ ਕੇ ਕੀ ਕੀਤਾ? ਜਦੋਂ ਗੁਰੂ ਨੇ ਹੱਥ ਧਰ ਦਿੱਤਾ, ਉਦੋਂ ਤੱਕ ਧਰਿਓ ਮਸਤਕ ਹੱਥ, ਸਹਿਜ ਅਮਿਓ ਬੁੱਠੋ ਛੱਜ, ਸੁਣ ਨਰ ਸੁਰ ਨਰ ਗਣ ਮੁਨ ਬੋਹਿ ਆਗਾਜ, ਮਾਰਿਓ ਕੰਟਕ ਕਾਲ ਗਰਜ, ਧਾਵਤ ਲਿਓ ਬਰਜ, ਪੰਜ ਭੂਤ ਇੱਕ ਕਰ ਰਾਖ ਲਈ ਸਮਝ। ਤੇ ਗੁਰੂ ਅੰਗਦ ਦੇ ਪਾਤਸ਼ਾਹ, ਉਦੋਂ ਕੀ ਹੋਇਆ? ਉਦੋਂ ਸਹਿਜੇ ਹੀ ਤੁਹਾਡੇ ਅੰਦਰ ਨਾਮ ਅੰਮ੍ਰਿਤ ਵਸ ਗਿਆ। ਗੁਰੂ ਸ਼ਬਦ ਦੇ ਅੰਮ੍ਰਿਤ ਦੀ ਧਾਰ ਮਸਤਕ ਵਿੱਚ ਚੂਈ ਗਈ, ਭਾਵ ਮੱਥੇ ਦੀ ਮੱਤ ਵਿੱਚ ਗੁਰੂ ਦਾ ਗਿਆਨ ਵਸ ਗਿਆ।
ਤੇ ਤੁਸੀਂ ਕੀ ਕੀਤਾ? ਉਸ ਸ਼ਬਦ ਦੇ ਸਦਕਾ ਆਪਣੇ ਮਨ ਨੂੰ ਭਟਕਣਾ ਤੋਂ ਰੋਕ ਕੇ ਪੰਜਾਂ ਵਿਕਾਰਾਂ ਨੂੰ ਇੱਕ ਥਾਂ ਤੇ ਇਕੱਠਾ ਕਰਕੇ ਕਾਬੂ ਕਰ ਲਿਆ। ਮਾਰਿਆ ਨਹੀਂ, ਉਹਨਾਂ ਪੰਜਾਂ ਵਿਕਾਰਾਂ ਨੂੰ ਨੱਥ ਲਿਆ, ਜਿਹਨੂੰ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਕਿਹਾ ਸੀ, ਨੇਤੇ ਪੰਜ ਜਵਾਨ ਮੈਂ ਗੁਰ ਥਾਪੀ ਦਿੱਤੀ ਕੰਡ ਜੀਓ। ਨੇਤੇ ਉਹੀ ਸ਼ਬਦ ਚਲਿਆ ਆ ਰਿਹਾ ਹੈ, ਜਿਹੜਾ ਗੁਰੂ ਨਾਨਕ ਪਾਤਸ਼ਾਹ ਨੇ ਸ਼ਬਦ ਨਾਲ ਸਾਂਝ ਪਾਈ ਸੀ, ਉਹੀ ਸ਼ਬਦ ਹੁਣ ਅੱਗੋਂ ਚਲਿਆ ਆ ਰਿਹਾ ਹੈ। ਉਹ ਸ਼ਬਦ ਕਿਵੇਂ ਆ ਰਿਹਾ ਹੈ? ਓਏ ਜੋ ਸੇਵੈ ਸ਼ਬਦ ਸਾਰ, ਗਾਖੜੀ ਬਿਖਮਕਾਰ, ਤੇ ਨਰ ਭਵ ਉਤਾਰ, ਕੀਏ ਨਿਰਭਾਰ। ਉਹ ਜਿਹੜਾ ਸ਼ਬਦ ਗੁਰੂ ਨਾਨਕ ਪਾਤਸ਼ਾਹ ਨੇ ਦੁਨੀਆ ਨੂੰ ਵਰਤਾਇਆ ਸੀ, ਹੁਣ ਗੁਰੂ ਅੰਗਦ ਦੇਵ ਪਾਤਸ਼ਾਹ ਨੇ ਉਹੀ ਸ਼ਬਦ ਦੁਨੀਆ ਨੂੰ ਦਿੱਤਾ। ਜਿਹੜਾ ਸ਼ਬਦ ਭਾਈ ਲਹਿਣੇ ਦੇ ਮੱਥੇ 'ਚ ਵਸਿਆ, ਉਹ ਗੁਰੂ ਅੰਗਦ ਦੇਵ ਪਾਤਸ਼ਾਹ ਦੇ ਰੂਪ 'ਚ ਉਸੇ ਸ਼ਬਦ ਦੀ ਵਰਖਾ ਹੋਈ। ਜਿਨ੍ਹਾਂ ਨੇ ਸ਼ਬਦ ਨੂੰ ਜਪਿਆ, ਇਹ ਕਾਰ ਔਖੀ ਜ਼ਰੂਰ ਹੈ, ਪਰ ਉਹਨਾਂ ਨੂੰ ਗੁਰੂ ਨੇ ਵਿਕਾਰਾਂ ਦੇ ਸਾਗਰ ਤੋਂ ਮੁਕਤ ਕਰ ਦਿੱਤਾ। ਸ਼ਬਦ ਨੂੰ ਜਪਣ ਦਾ ਭਾਵ ਗੁਰੂ ਦੇ ਗਿਆਨ ਦੇ ਮੁਤਾਬਕ ਜ਼ਿੰਦਗੀ ਜਿਉਣੀ। ਸ਼ਬਦ ਹੈ ਗੁਰੂ ਦਾ ਗਿਆਨ, ਤੇ ਗੁਰੂ ਦੇ ਗਿਆਨ ਨੂੰ ਕਮਾਉਣਾ ਇਹ ਗਾਖੜੀ ਬਿਖਮਕਾਰ ਹੈ। ਗੁਰੂ ਦੇ ਹੁਕਮਾਂ ਵਿੱਚ ਜ਼ਿੰਦਗੀ ਨੂੰ ਬਤੀਤ ਕਰਨਾ। ਜੋ ਗੁਰ ਕਹੈ ਸੋਈ ਭਲ ਮਾਨੋ, ਹਰ ਹਰ ਕਥਾ ਨਿਰਾਲੀ। ਜ਼ਿੰਦਗੀ ਦੀ ਕਥਾ ਅਦਭੁਤ ਹੋ ਜਾਂਦੀ ਹੈ ਜਦੋਂ ਕਿ ਗੁਰੂ ਸ਼ਬਦ ਨੂੰ ਕਮਾਉਂਦਾ ਹੈ। ਇਸੇ ਤਰ੍ਹਾਂ ਜਦੋਂ ਅਗਲੀ ਗੱਲ ਕਹੀ ਭੱਟ ਕਲਸਹਾਰ ਜੀ ਨੇ, ਤੈਂ ਤਉ ਦ੍ਰਿੜਿਓ ਨਾਮ ਅਪਾਰ। ਦ੍ਰਿੜਿਓ ਮੈਨੇ ਦ੍ਰਿੜ ਕਰ ਦਿੱਤਾ। ਵਿਮਲ ਜਾਸ ਬਿਥਾਰ, ਸਾਧਿਕ ਸਿੱਧ ਸੁਜਨ ਜੀਆਂ ਕੋ ਆਧਾਰ। ਉੱਥੇ ਫਿਰ ਸ਼ਬਦ ਦੀ ਗੱਲ ਕਰ ਦਿੱਤੀ, ਤੂੰ ਤਾਂ ਜਨਕ ਰਾਜਾ ਅਵਤਾਰ, ਸ਼ਬਦ ਸੰਸਾਰ ਸਾਰ। ਰਹਿ ਜਗਤ ਜਲ ਪਤਨ ਵਿਚਾਰ। ਉਹੀ ਸ਼ਬਦ ਗੁਰੂ ਨਾਨਕ ਪਾਤਸ਼ਾਹ ਤੋਂ ਅੱਗੇ ਆ ਗਿਆ ਗੁਰੂ ਅੰਗਦ ਦੇਵ ਪਾਤਸ਼ਾਹ ਦੇ ਰੂਪ ਦੇ ਵਿੱਚ। ਗੁਰੂ ਅੰਗਦ ਦੇਵ ਪਾਤਸ਼ਾਹ ਜਿਹਨੂੰ ਆਖਦੇ ਨੇ ਕਿ ਇਹ ਸਤਿਗੁਰੂ ਗੁਰੂ ਅੰਗਦ ਦੇਵ ਪਾਤਸ਼ਾਹ, ਇਸ ਦੁਨੀਆ ਵਿੱਚ ਤੁਹਾਡਾ ਸ਼ਬਦ ਸ੍ਰਿਸ਼ਟ ਹੈ। ਏਦਾਂ ਨਿਰਲੇਪ ਹੈ ਜਿਵੇਂ ਪਾਣੀ ਵਿੱਚ, ਜਲ ਦੇ ਵਿੱਚ ਕਮਲ ਦਾ ਫੁੱਲ। ਸ਼ਬਦ ਹੈ ਗੁਰੂ ਦਾ ਗਿਆਨ। ਗੁਰੂ ਦੇ ਗਿਆਨ ਦੇ ਉੱਪਰ ਕਿਸੇ ਵਿਕਾਰ ਦਾ ਅਸਰ ਨਹੀਂ। ਗੁਰੂ ਦਾ ਗਿਆਨ ਸਾਨੂੰ ਵਿਕਾਰਾਂ ਤੋਂ ਰਹਿਤ ਕਰਦਾ ਹੈ। ਔਰ ਸਿਫਤ ਕਰਦਿਆਂ ਕਰਦਿਆਂ ਇਹੀ ਭੱਟ ਕਲਸਹਾਰ ਜੀ ਜਦੋਂ ਅਖੀਰ ਤੇ ਪਹੁੰਚਦੇ ਨੇ, ਤੇ ਅਖੀਰ ਤੇ ਪਹੁੰਚ ਕੇ ਇੱਕ ਸ਼ਬਦ ਉਚਾਰਦੇ ਨੇ 10ਵੇਂ ਸਵਈਏ ਦੇ ਰੂਪ ਦੇ ਵਿੱਚ। 9ਵੇਂ ਸਵਈਏ ਵਿੱਚ ਵੀ ਸੱਚ ਦੀ ਗੱਲ ਚੱਲ ਰਹੀ ਹੈ। ਉਹੀ ਸੱਚ ਜਿਹੜਾ ਚਲਿਆ ਆ ਰਿਹਾ ਹੈ, ਉਹੀ ਸੱਚ, ਸੱਚ ਤੀਰਥ, ਸੱਚ ਇਸ਼ਨਾਨ, ਅਰ ਭੋਜਨ ਭਾਉ ਸੱਚ, ਸਦਾ ਸੱਚ ਪਾਕੰਤ ਸੋ ਹੈ। ਗੁਰੂ ਅੰਗਦ ਦੇਵ ਪਾਤਸ਼ਾਹ ਦਾ ਤੀਰਥ ਹੈਗਾ ਸੱਚ, ਇਸ਼ਨਾਨ ਹੈਗਾ ਸੱਚ। ਨਾਮ ਹੀ ਇਸ਼ਨਾਨ ਹੈ, ਨਾਮ ਹੀ ਤੀਰਥ ਹੈ, ਜਿਹਨੂੰ ਸੱਚ ਕਿਹਾ ਇੱਥੇ ਭੱਟਾਂ ਨੇ। ਸੱਚ ਵਿੱਚ ਇਸ਼ਨਾਨ ਕਰਦੇ ਨੇ, ਸੱਚ ਦਾ ਤੀਰਥ ਹੈ, ਸੱਚ ਵਿੱਚ ਇਸ਼ਨਾਨ ਹੈ, ਤੇ ਪ੍ਰਭੂ ਦਾ ਨਾਮ ਤੇ ਪ੍ਰਭੂ ਦਾ ਪਿਆਰ ਉਹਨਾਂ ਦਾ ਭੋਜਨ ਹੈ। ਸਦਾ ਸੱਚ ਹੀ ਉਚਾਰਦੇ ਨੇ। ਗੁਰੂ ਸ਼ਬਦ ਦੇ ਰਾਹੀਂ ਉਹਨਾਂ ਨੇ ਸੱਚ ਹੀ ਪ੍ਰਾਪਤ ਕੀਤਾ ਹੈ। ਸੱਚ ਪਾਇਓ ਗੁਰ ਸ਼ਬਦ, ਸੱਚ ਨਾਮ ਸੰਗਤੀ ਉਹ ਹੈ। ਸੱਚ ਨਾਲ ਉਹ ਜੁੜੇ ਹੋਏ ਨੇ। ਜਿਸ ਸੱਚ ਸੰਜਮ ਵਰਤ ਸੱਚ, ਕਬ ਜਨ ਕਲ ਵਖਾਣ, ਦਰਸ਼ਨ ਪਰਸੈ ਗੁਰੂ ਕੈ ਸੱਚ ਜਨਮ ਪ੍ਰਮਾਣ। ਉਹ ਸੱਚ ਹੈ ਪ੍ਰਭੂ। हे ਗੁਰੂ ਅੰਗਦ ਦੇਵ ਪਾਤਸ਼ਾਹ, ਗੁਰੂ ਨਾਨਕ ਪਾਤਸ਼ਾਹ ਜੀ ਦੇ ਪਾਸੋਂ ਤੁਸੀਂ ਗੁਰਸ਼ਬਦ ਦੇ ਰੂਪ ਵਿੱਚ ਸੱਚ ਪ੍ਰਾਪਤ ਕੀਤਾ। ਸੱਚ ਦੇ ਬੇਸ ਤੇ ਜ਼ਿੰਦਗੀ ਜੀ ਰਹੇ ਹੋ। ਅਸਲ ਵਿੱਚ ਧਰਮ ਦੀ ਪਰਿਭਾਸ਼ਾ ਹੀ ਇਹ ਹੈ, ਸੱਚ ਦੇ ਆਧਾਰ ਤੇ ਜ਼ਿੰਦਗੀ ਨੂੰ ਜਿਉਣਾ। ਜੀਵਨ ਵਿੱਚ ਸੱਚ ਹੋਵੇ, ਜੀਵਨ ਦੇ ਹਰ ਪਹਿਲੂ ਦੇ ਵਿੱਚ ਸੱਚ ਹੋਵੇ, ਇਸ਼ਨਾਨ ਦੇ ਵਿੱਚ ਸੱਚ ਹੋਵੇ, ਭੋਜਨ ਦੇ ਵਿੱਚ ਸੱਚ ਹੋਵੇ, ਪ੍ਰੇਮ ਦੇ ਵਿੱਚ ਸੱਚ ਹੋਵੇ, ਗਿਆਨ ਦੇ ਵਿੱਚ ਸੱਚ ਹੋਵੇ, ਹਰ ਗੱਲ ਦੇ ਵਿੱਚ ਸੱਚ ਹੋਵੇ। ਸੱਚੋਂ ਉਰੈ ਸਭ ਕੋ ਉੱਪਰ ਸੱਚ ਆਚਾਰ। ਧਰਮ ਦਾ ਮਤਲਬ ਸੱਚ ਦੇ ਆਧਾਰ ਤੇ ਆਪਣੇ ਫਰਜ਼ਾਂ ਨੂੰ ਪੂਰਾ ਕਰਨਾ। ਏਕੋ ਧਰਮ ਦ੍ਰਿੜੈ ਸੱਚ ਕੋਈ, ਗੁਰਮੁਤ ਜੁਗ ਜੁਗ ਪੂਰਾ ਸੋਈ। ਇੱਕੋ ਧਰਮ ਹੈ, ਕੋਈ ਸੱਚ ਨੂੰ ਦ੍ਰਿੜ ਕਰ ਲਵੇ, ਸੱਚ ਦੇ ਆਧਾਰ ਤੇ ਜ਼ਿੰਦਗੀ ਨੂੰ ਜਿਉ ਲਵੇ। ਸੱਚ ਹੀ ਮਨੁੱਖ ਦੀ ਜ਼ਿੰਦਗੀ ਦਾ ਏਮ ਹੋਣਾ ਚਾਹੀਦਾ ਹੈ, ਨਿਸ਼ਾਨਾ ਹੋਣਾ ਚਾਹੀਦਾ। ਅਸੀਂ ਜਪਜੀ ਸਾਹਿਬ ਦੀ ਪਹਿਲੀ ਪੌੜੀ ਵਿੱਚ ਅਸੀਂ ਜਦੋਂ ਪੜ੍ਹਦੇ ਹਾਂ, ਕਿਵ ਸਚਿਆਰਾ ਹੋਈ ਹੈ, ਇਹਦਾ ਮਤਲਬ ਸਿੱਖ ਦੀ ਜ਼ਿੰਦਗੀ ਦਾ ਨਿਸ਼ਾਨਾ ਹੈ ਸਚਿਆਰ ਹੋਣਾ, ਏਮ ਹੈ। ਕਿਵ ਕੂੜੈ ਟੁੱਟੈ ਪਾਲ, ਕੂੜ ਦੀ ਦੀਵਾਰ, ਪਾਲ ਮੈਨੇ ਦੀਵਾਰ ਕਿਵੇਂ ਟੁੱਟੇ। ਸਾਡੀ ਜ਼ਿੰਦਗੀ 'ਚ ਕੂੜ ਦੀਆਂ ਦੀਵਾਰਾਂ ਖੜੀਆਂ ਨੇ। ਮੇਰ ਤੇਰ ਦੀ ਦੀਵਾਰ ਹੈ, ਇਹ ਮੇਰਾ, ਇਹ ਤੇਰਾ, ਇਹ ਆਪਣਾ, ਇਹ ਬੇਗਾਨਾ। ਊਚ ਨੀਚ ਦੀ ਦੀਵਾਰ ਹੈ, ਇਹ ਊਚ, ਇਹ ਨੀਚ। ਜਾਤੀਵਾਦ ਦੀ ਦੀਵਾਰ ਹੈ, ਇਹ ਫਲਾਣੀ ਜਾਤ ਦਾ, ਫਲਾਣੀ ਜਾਤ ਦਾ। ਇਸ ਜਾਤੀਵਾਦ ਨੇ ਮਨੁੱਖ ਨੂੰ ਮਨੁੱਖ ਤੋਂ ਵਿਛੋੜ ਕੇ ਰੱਖਿਆ। ਵਿਚਕਾਰ ਦੀਵਾਰ ਖੜੀ ਹੈ। ਮੈਂ ਉੱਚ ਜਾਤੀ ਨਾਲ ਸੰਬੰਧਿਤ ਹੈ, ਨੀਵੀਂ ਜਾਤ ਦਾ। ਇਸ ਜਾਤੀਵਾਦ ਦੀ ਦੀਵਾਰ ਨੇ ਮਨੁੱਖ ਨੂੰ ਮਨੁੱਖ ਤੋਂ ਦੂਰ ਕਰ ਦਿੱਤਾ, ਵਿਛੋੜ ਕੇ ਰੱਖ ਦਿੱਤਾ। ਇਸ ਜਾਤੀਵਾਦ ਦੀ ਦੀਵਾਰ ਨੇ। ਇਹ ਕੂੜ ਦੀ ਦੀਵਾਰ ਕਿਵੇਂ ਟੁੱਟੇ?
ਗੁਰੂ ਨਾਨਕ ਪਾਤਸ਼ਾਹ ਨੇ ਤੋੜੀ ਦੀਵਾਰ, ਗੁਰੂ ਅਰਜਨ ਦੇਵ ਪਾਤਸ਼ਾਹ ਨੇ, ਗੁਰਬਾਣੀ ਨੇ ਤੋੜੀ ਦੀਵਾਰ। ਜਦੋਂ ਇੱਕ ਤੁਕ ਕਹੀ ਕਿ ਏਕ ਪਿਤਾ ਏਕ ਸਕੇ ਹਮ ਬਾਰਕ, ਜਾਤਾਂ ਪਾਤਾਂ ਗੋਤਾਂ ਨੇ ਇੱਕ ਮਨੁੱਖ ਨੂੰ ਦੂਜੇ ਮਨੁੱਖ ਨੂੰ ਦੂਰ ਕਰਕੇ ਰੱਖਿਆ ਸੀ, ਵਿਚਕਾਰ ਦੀਵਾਰਾਂ ਖੜੀਆਂ ਸਨ। ਜਦੋਂ ਗੁਰੂ ਨੇ ਕਹਿ ਦਿੱਤਾ ਰੱਬ ਪਿਤਾ ਹੈ, ਅਸੀਂ ਉਹਦੇ ਬੱਚੇ ਹਾਂ, ਤੇ ਭੈਣਾਂ ਭਰਾਵਾਂ 'ਚ ਕੋਈ ਦੀਵਾਰ ਨਹੀਂ ਖੜੀ ਹੋ ਸਕਦੀ। ਖਾਨਦਾਨ ਹੀ ਇੱਕ ਹੈ। ਸਾਡੇ ਖਾਨਦਾਨ ਦਾ ਸ਼ੁਰੂਆਤ ਕਰਨ ਵਾਲਾ ਅਕਾਲ ਪੁਰਖ ਹੈ, ਇੱਕ ਪਿਤਾ ਇੱਕ ਸਕੇ ਹਮ ਬਾਰਕ। ਹੁਣ ਕਿਵੇਂ ਸਚਿਆਰਾ ਹੋਈ ਹੈ, ਕਿਵੇਂ ਕੂੜਾ ਟੁੱਟਿਆ ਪਾਲ। ਕੂੜ ਦੀ ਦੀਵਾਰ ਹੈ, ਲਾਲਚ ਦੀ ਹੈ, ਝੂਠ ਦੀ ਹੈ, ਜਾਤੀਵਾਦੀ, ਮੇਰ ਤੇਰ ਦੀ, ਰਿਸ਼ਵਤ ਦੀ ਦੀਵਾਰ। ਇਹਦਾ ਇੱਕੋ ਤਰੀਕਾ ਹੈ, ਹੁਕਮ ਰਜ਼ਾਈ ਚੱਲਣਾ ਜੇ ਸਚਿਆਰ ਬਣਨਾ ਹੈ। ਸਚਿਆਰ ਦਾ ਭਾਵ ਰੱਬ, ਸਚਿਆਰ ਰੱਬ ਨੂੰ ਕਿਹਾ ਜਾਂਦਾ ਹੈ। ਤੂੰ ਕਰਤਾ ਸਚਿਆਰ ਮੈਡਾ ਸਾਈਂ, हे ਪ੍ਰਭੂ ਤੂੰ ਸਚਿਆਰ ਹੈ, ਸਭ ਥਾਵਾਂ ਤੇ ਫੈਲਿਆ ਹੋਇਆ, ਸਭ ਆਪੇ ਸਚਿਆਰ, ਤੂੰ ਸਭ ਪਾਸੇ ਹੈ, ਮੈਂ ਤੇਰਾ ਰੂਪ ਹੋਣਾ ਹੈ, ਕਿਵੇਂ ਸਚਿਆਰਾ ਹੋਈਏ। ਇਸ ਕਰਕੇ ਸਚਿਆਰ ਹੋਣਾ ਸਿੱਖ ਦੀ ਜ਼ਿੰਦਗੀ ਦਾ ਏਮ ਹੈ, ਨਿਸ਼ਾਨਾ ਹੈ। ਆਵਾਗਮਨ ਕਿਹਨੂੰ ਕਹਿੰਦੇ ਨੇ? ਆਵਾਗਮਨ ਦਾ ਮਤਲਬ ਹੁੰਦਾ ਹੈ ਜਿਸ ਮਨੁੱਖ ਦੀ ਜ਼ਿੰਦਗੀ ਦਾ ਨਿਸ਼ਾਨਾ ਕੋਈ ਨਾ ਹੋਵੇ। ਮਾਨੋ ਦਰਿਆ ਦੇ ਵਿੱਚ ਕੋਈ ਕਿਸ਼ਤੀ ਬਿਨਾਂ ਮਲਾਹ ਤੋਂ, ਬਿਨਾਂ ਚੱਪੂ ਤੋਂ ਭਟਕਦੀ ਫਿਰੇ। ਇੱਕ ਲਹਿਰ ਆਈ, ਕਿਸ਼ਤੀ ਨੂੰ ਉਧਰ ਖਿੱਚ ਕੇ ਲੈ ਗਈ, ਦੂਜੀ ਲਹਿਰ ਆਈ, ਦੂਜੇ ਪਾਸੇ ਖਿੱਚ ਕੇ ਲੈ ਗਈ, ਇੱਕ ਫਿਰ ਲਹਿਰ ਆਈ, ਕਿਸੇ ਕਿਨਾਰੇ ਲੈ ਗਈ। ਕਿਸ਼ਤੀ ਦੀ ਮਰਜ਼ੀ ਨਹੀਂ, ਜਦੋਂ ਕੋਈ ਲਹਿਰ ਆਉਂਦੀ ਆਪਣੀ ਮਰਜ਼ੀ ਨਾਲ ਕਿਤੇ ਵੀ ਖਿੱਚ ਕੇ ਲੈ ਜਾਂਦੀ ਹੈ, ਉਹ ਕਿਸ਼ਤੀ ਏਮਲੈਸ ਹੈ। ਜਿਸ ਮਨੁੱਖ ਨੂੰ ਪਤਾ ਹੀ ਨਹੀਂ ਮੇਰੀ ਜ਼ਿੰਦਗੀ ਦਾ ਨਿਸ਼ਾਨਾ ਕੀ ਹੈ, ਸਵੇਰੇ ਉੱਠ ਗਏ, ਮਨ ਕੀਤਾ ਚਾਹ ਪੀ ਲਈ, ਮਨ ਕੀਤਾ ਕੌਫੀ ਪੀ ਲਈ, ਮਨ ਕੀਤਾ ਪਰੌਂਠੇ ਖਾ ਲਏ, ਮਨ ਕੀਤਾ ਸੋਫੇ ਤੇ ਬਹਿ ਗਏ, ਟੀਵੀ ਦੇਖਣ ਲੱਗ ਪਏ, ਕਦੀ ਕੋਈ ਫਿਲਮ ਦੇਖਣ ਲੱਗ ਪਏ, ਕਦੀ ਕੋਈ ਕਾਰਟੂਨ ਦੇਖਣ ਲੱਗ ਪਏ, ਕਦੀ ਕੋਈ ਹਿਸਟਰੀ ਦੇਖਣ ਲੱਗ, ਕੋਈ ਨਿਸ਼ਾਨਾ ਨਹੀਂ ਜ਼ਿੰਦਗੀ ਦਾ ਕੀ ਕਰਨਾ ਹੈ। ਕਦੀ ਬਾਹਰ ਤੁਰ ਪਏ, ਕਦੀ ਘਰ ਆ ਗਏ, ਕਦੀ ਸੌਂ ਗਏ, ਕਦੀ ਜਾਗ ਗਏ। ਜਿਸ ਮਨੁੱਖ ਦੀ ਜ਼ਿੰਦਗੀ ਦਾ ਨਿਸ਼ਾਨਾ ਕੋਈ ਨਹੀਂ ਹੈ, ਉਹ ਭਟਕਦੀ ਕਿਸ਼ਤੀ ਦੀ ਤਰ੍ਹਾਂ ਹੈ, ਉਹ ਆਵਾਗਮਨ 'ਚ ਫਸਿਆ ਹੋਇਆ ਹੈ। ਇਹ ਹੈ ਆਵਾਗਮਨ। ਪਰ ਜਦੋਂ ਕਿਸ਼ਤੀ ਨੂੰ ਮਲਾਹ ਮਿਲ ਜਾਂਦਾ ਹੈ, ਚੱਪੂ ਮਿਲ ਜਾਂਦਾ ਹੈ, ਤੇ ਮਲਾਹ ਫਿਰ ਕਿਸ਼ਤੀ ਨੂੰ ਇੱਕ ਕਿਨਾਰੇ ਤੇ ਲਾ ਦਿੰਦਾ ਹੈ, ਇੱਕ ਮੰਜ਼ਿਲ ਵੱਲ ਲੈ ਜਾਂਦਾ ਹੈ। ਜਦੋਂ ਗੁਰੂ ਮਲਾਹ ਮਿਲ ਜਾਂਦਾ ਹੈ, ਗੁਰੂ ਮਲਾਹ ਸ਼ਬਦ ਦੇ ਚੱਪੂ ਦੇ ਰਾਹੀਂ ਸਾਡੀ ਜ਼ਿੰਦਗੀ ਨੂੰ ਇੱਕ ਮੰਜ਼ਿਲ, ਇੱਕ ਸੇਧ ਦੇ ਦਿੰਦਾ ਵੀ ਇੱਥੇ ਜਾਣਾ ਤੂੰ। ਫਿਰ ਆਵਾਗਮਨ ਮੁੱਕ ਜਾਂਦੇ ਨੇ। ਸਤਿਗੁਰ ਕਾ ਜਨਮ ਹੈ ਗਮਨ ਮਿਟਾਇਆ। ਜਦੋਂ ਗੁਰੂ ਦੇ ਘਰ ਜਨਮ ਹੁੰਦਾ ਹੈ, ਸਾਡਾ ਆਵਾਗਮਨ ਮੁੱਕ ਜਾਂਦਾ ਹੈ, ਸਾਡਾ ਨਿਸ਼ਾਨਾ ਸਾਨੂੰ ਮਿਲ ਜਾਂਦਾ ਹੈ ਕਿ ਕਿਵੇਂ ਸਚਿਆਰਾ ਹੋਈ ਹੈ, ਕਿਵੇਂ ਕੂੜਾ ਟੁੱਟਿਆ ਪਾਲ। ਸਿੱਖ ਦੀ ਜ਼ਿੰਦਗੀ ਦਾ ਨਿਸ਼ਾਨਾ ਸਚਿਆਰ ਹੋਣਾ ਹੈ। ਗੁਰੂ ਅੰਗਦ ਦੇਵ ਪਾਤਸ਼ਾਹ ਹੁਣ ਸੱਚ ਨਾਲ ਜੁੜੇ ਨੇ, ਸੱਚ ਦੇ ਤੀਰਥ ਤੇ ਇਸ਼ਨਾਨ ਕਰਦੇ ਨੇ, ਨਾਮ ਤੇ ਪਿਆਰ ਉਹਨਾਂ ਦਾ ਭੋਜਨ ਹੈ। ਇਸ ਕਰਕੇ ਅਖੀਰ ਤੇ ਜਾ ਕੇ ਜਦੋਂ ਭੱਟ ਕਲਸਾਰ ਇਹ ਗੱਲ ਆਖਦੇ ਨੇ ਕਿ ਸਤਿਗੁਰੂ ਪਾਤਸ਼ਾਹ ਤੂੰ ਹੁਣ ਸੱਚ ਨਾਲ ਜੁੜ ਗਿਆ ਹੈ, ਔਰ ਸੱਚ ਨਾਲ ਜੁੜ ਕੇ ਸਤਿਗੁਰੂ ਪਾਤਸ਼ਾਹ ਤੁਸੀਂ ਸੱਚ ਦਾ ਰੂਪ ਹੋ ਗਏ ਹੋ। ਦਰਸ਼ਨ ਪਰਸਿਆ ਗੁਰੂ ਕੈ, ਸੱਚ ਜਨਮ ਪ੍ਰਮਾਣ। ਤੇ ਤੁਹਾਡਾ ਦਰਸ਼ਨ ਕੀਤਿਆਂ ਮਨੁੱਖਾ ਜਨਮ ਵੀ ਸਫਲ ਹੋ ਜਾਂਦਾ ਹੈ। ਔਰ ਜਿਹਨੂੰ ਤੁਸੀਂ ਅੱਗੋਂ ਗਿਆਨ ਦੇ ਦਿੰਦੇ ਹੋ, ਤੁਹਾਡੀ ਅੰਮ੍ਰਿਤ ਭਰੀ ਦ੍ਰਿਸ਼ਟੀ, ਜਦੋਂ ਤੁਸੀਂ ਗਿਆਨ ਬਖਸ਼ਦੇ ਹੋ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਇਹ ਸਾਰੇ ਕਾਬੂ 'ਚ ਆ ਜਾਂਦੇ ਹਨ। ਮਾਰਨ ਦੀ ਗੱਲ ਇੱਥੇ ਵੀ ਨਹੀਂ ਵਿਕਾਰਾਂ ਨੂੰ, ਇੱਥੇ ਵੀ ਵਿਕਾਰਾਂ ਨੂੰ ਕਾਬੂ ਕਰਨ ਦੀ ਗੱਲ ਹੈ। ਕਾਮ, ਕ੍ਰੋਧ ਅਰ ਲੋਭ, ਮੋਹ ਵਸ ਕਰੇ, ਮੇਰੇ ਅਧੀਨ ਕਰ ਲਵੇ ਸਭੈ ਬਲ। ਇਹਨਾਂ ਨੂੰ ਅਧੀਨ ਕਰਨਾ ਹੈ, ਕਾਮ ਨੂੰ ਮਾਰਨਾ ਨਹੀਂ ਹੈ। ਸੰਸਾਰ ਦੀ ਉਤਪਤੀ ਕਿਵੇਂ ਹੋਏਗੀ? ਇਹਨੂੰ ਅਧੀਨ ਕਰਨਾ ਤਾਂ ਕਿ ਗ੍ਰਸਥ ਵਿੱਚ ਕੰਮ ਆਏ, ਸੰਸਾਰ ਦੀ ਉਤਪਤੀ ਬਣੀ ਰਹੇ। ਕ੍ਰੋਧ ਨੂੰ ਮਾਰਨਾ ਨਹੀਂ ਹੈ ਕਿ ਕੱਲ ਨੂੰ ਕੋਈ ਦਸਤਾਰ ਨੂੰ ਹੱਥ ਪਾਏ, ਸਿੱਖ ਦਸਤਾਰ ਦੀ ਵੀ ਇੱਜ਼ਤ ਨਾ ਰੱਖੇ, ਕੋਈ ਪੋਥੀ ਖੋ ਕੇ ਲੈ ਜਾਏ ਉਹਨੂੰ ਵੀ ਨਾ ਬਚਾਏ। ਕ੍ਰੋਧ ਨੂੰ ਵੀਰ ਰਸ ਵਿੱਚ ਕਨਵਰਟ ਕਰ ਲੈਣਾ ਹੈ, ਇਹਨੂੰ ਜ਼ੁਲਮ ਦੇ ਖਿਲਾਫ ਵਰਤਣਾ ਹੈ। ਲੋਭ ਨੂੰ ਮਾਰਨਾ ਨਹੀਂ ਹੈ। ਪ੍ਰਾਪਤੀ ਕਿਵੇਂ ਕਰੇਗਾ? ਇੱਕ ਪ੍ਰਭੂ ਦੀ ਵੀ ਪ੍ਰਾਪਤੀ ਹੈ ਨਾ। ਮਨ ਲੋਭੀ ਹੋਵੇ ਰੱਬ ਦੇ ਵਾਸਤੇ, ਹਰ ਚਰਨ ਕਮਲ ਮਕਰੰਦ ਲੋਭਿਤ ਮਨੋ। ਪ੍ਰੇਮ ਨੂੰ ਮਾਰਨਾ ਨਹੀਂ ਹੈ, ਅਧੀਨ ਕਰਨਾ ਹੈ। ਇਹਨੂੰ ਮੋਹ ਨੂੰ ਮਾਰਨਾ ਨਹੀਂ ਹੈ, ਇਹਨੂੰ ਆਪਣੇ ਅਧੀਨ ਕਰਕੇ ਪ੍ਰੇਮ 'ਚ ਕਨਵਰਟ ਕਰ ਲੈਣਾ ਹੈ। ਮੋਹ ਆਪਣੇ ਬੱਚੇ ਨਾਲ ਹੈ, ਪ੍ਰੇਮ ਹੁਣ ਗੁਆਂਢੀ ਦੇ ਬੱਚੇ ਨਾਲ ਵੀ ਹੈ। ਇਹਨੂੰ ਪ੍ਰੇਮ ਦੇ ਰੂਪ ਪ੍ਰਗਟ ਕਰਨਾ ਹੈ। ਹੰਕਾਰ ਨੂੰ ਮਾਰਨਾ ਥੋੜੇ ਹੈ, ਇਹਨੂੰ ਸਵੈ ਮਾਣ ਦੇ ਰੂਪ 'ਚ ਪ੍ਰਗਟ ਕਰਨਾ। ਇਸ ਕਰਕੇ ਕਾਮ, ਕ੍ਰੋਧ ਅਰ ਲੋਭ, ਮੋਹ ਵਸ ਕਰੇ ਸਭੈ ਬਲ। ਤੇ ਉਹ ਗੁਰੂ ਕੀ ਹੈ? ਦਰਿਆ, ਜਿਹੜਾ ਸਾਡੇ ਪਾਪਾਂ ਨੂੰ ਧੋ ਦਿੰਦਾ ਹੈ। ਗੁਰ ਨਵਨਿਤ ਦਰਿਆਓ ਜਨਮ ਹਮ ਕਾਲਖ ਧੋਵੈ। ਅਖੀਰ ਤੇ ਫਿਰ ਬਚਨ ਕਿਆ ਸੋ ਕਹੋ। ਇੱਥੇ ਪ੍ਰਿੰਟਡ ਮੀਡੀਆ ਵਿੱਚ ਪਾਠ ਹੈ ਟਲ, ਪਰ ਹੱਥ ਲਿਖਤ ਮੀਡੀਆ ਵਿੱਚ ਪਾਠ ਹੈ ਕੱਲ, ਕਿਉਂਕਿ ਭੱਟ ਕੱਲ ਦੀ ਗੱਲ ਚੱਲ ਰਹੀ ਹੈ। ਤੇ ਭੱਟ ਕੱਲ ਸਹਾਰ ਜਦੋਂ ਦਾ ਪ੍ਰਿੰਟਡ ਮੀਡੀਆ ਵਿੱਚ ਟਲ ਛਪਿਆ, ਸਾਰੀ ਸਿੱਖ ਕੌਮ ਦੇ ਮੂੰਹ 'ਚ, ਲਗਭਗ ਬਹੁਤਿਆਂ ਦੇ ਮੂੰਹ 'ਚ ਟਲ ਜਿਹੜਾ ਉਹ ਪ੍ਰਚਲਿਤ ਹੋ ਚੁੱਕਿਆ ਹੈ। ਪਰ
ਹੱਥ ਲਿਖਤ ਬੀੜਾਂ ਵਿੱਚ ਪਾਠ ਹੈ ਕਲ, ਕਿਉਂਕਿ ਭੱਟ ਕਲ ਸਹਾਰ ਦਾ ਛੋਟਾ ਨਾਮ ਹੈ ਤੇ ਉੱਥੇ ਕੱਲ ਸਾਨੂੰ ਪਾਠ ਮਿਲਦਾ ਹੈ। ਭੱਟ ਕਲ ਦਾ ਇੱਥੇ ਜ਼ਿਕਰ ਹੈ। ਇੱਥੇ ਕੱਕਾ ਅੱਖਰ ਪ੍ਰਿੰਟਡ ਬੀੜਾਂ 'ਚ ਛਪਣਾ ਚਾਹੀਦਾ ਸੀ, ਜਿਹੜਾ ਟੈਂਕਾ ਛਪਿਆ ਹੋਇਆ। ਇਹ ਨਹੀਂ ਕਿ ਗੁਰਬਾਣੀ ਗਲਤ ਹੈ, ਨਹੀਂ, ਉਸ ਮਨੁੱਖ ਦੀ ਗਲਤੀ ਜਿਹਨੇ ਟਾਈਪਿੰਗ ਕੀਤੀ, ਉਹਨੇ ਟੈਂਕੇ ਕੱਕੇ ਦੀ ਥਾਂ ਤੇ ਟੈਂਕਾ ਪਾ ਦਿੱਤਾ। ਪਰ ਗੁਰੂ ਸਾਹਿਬਾਨਾਂ ਨੇ ਜਿਹੜੀਆਂ ਬੀੜਾਂ ਲਿਖਾਈਆਂ, ਗੁਰੂ ਸਾਹਿਬਾਨਾਂ ਨੇ ਕੱਲ ਲਿਖਾਇਆ ਪਾਠ ਉੱਤੇ। ਦਰਸ਼ਨ ਪਰਸਿਆਂ ਗੁਰੂ ਕੈ ਜਨਮ ਮਰਨ ਦੁੱਖ ਜਾਏ। ਐਸੇ ਗੁਰੂ ਦੇ ਦਰਸ਼ਨ ਕੀਤਿਆਂ ਜਨਮਾਂ ਮਰਨਾਂ ਦੇ ਦੁੱਖ ਨਾਸ਼ ਹੋ ਜਾਂਦੇ ਨੇ। ਭਾਵ ਗੁਰੂ ਦਾ ਦਰਸ਼ਨ ਹੈ, ਗੁਰੂ ਦਾ ਸਿਧਾਂਤ, ਗੁਰੂ ਦੇ ਸਿਧਾਂਤ ਨਾਲ, ਗੁਰੂ ਦੇ ਹੁਕਮਾਂ ਦੇ ਨਾਲ ਜੁੜ ਕੇ ਜੀਵਨ ਦੇ ਵਿੱਚੋਂ ਆਵਾਗਮਨ ਮੁੱਕ ਜਾਂਦਾ ਹੈ। ਜ਼ਿੰਦਗੀ ਨੂੰ ਇੱਕ ਏਮ ਮਿਲ ਜਾਂਦਾ ਹੈ ਸੱਚਿਆਰ ਹੋਣ ਦਾ, ਜੀਵਨ ਨੂੰ ਏਮ ਮਿਲ ਜਾਂਦਾ ਹੈ ਰੱਬ ਹੋਣ ਦਾ। ਗੁਰੂ ਨਾਨਕ ਪਾਤਸ਼ਾਹ ਤੇ ਗੁਰੂ ਅੰਗਦ ਦੇ ਪਾਤਸ਼ਾਹ ਦੀ ਸਿਫਤ ਦੇ ਸਵਈਏ ਭੱਟ ਕਲ ਸਹਾਰ ਨੇ ਗਏ। 10-10 ਸਵਈਏ ਨੇ, ਦੋਨੋਂ ਤੇ ਟੋਟਲ ਨੇ 20 ਸਵਈਏ। ਗੁਰੂ ਅਮਰਦਾਸ ਪਾਤਸ਼ਾਹ ਦੀ ਸਿਫਤ ਦੇ ਸਵਈਏ ਜਿਹੜੇ ਨੇ ਉਹ 6 ਭੱਟਾਂ ਨੇ ਗਏ। ਭੱਟ ਕਲ ਸਹਾਰ ਦੇ 9 ਸਵਈਏ, ਭੱਟ ਜਾਲਪ ਦੇ 5, ਭੱਟ ਕੀਰਤ ਦੇ 4, ਭੱਟ ਪਿੱਖੇ ਦੇ 2, ਭੱਟ ਸਲ ਦਾ 1 ਤੇ ਭੱਟ ਪਲ ਦਾ 1 ਸਵਈਆ ਹੈ। ਜਦੋਂ ਭੱਟ ਕਲ ਸਹਾਰ ਸਿਫਤ ਕਰਦੇ ਨੇ ਗੁਰੂ ਅਮਰਦਾਸ ਪਾਤਸ਼ਾਹ ਦੀ, ਫਿਰ ਇੱਕ ਰੱਬ ਦਾ ਨਾਮ ਲੈ ਕੇ ਸਿਮਰਦੇ ਨੇ। ਸ਼ੁਰੂਆਤ ਇੱਥੋਂ ਕਰਦੇ ਨੇ। 33 ਨੂੰ ਛੱਡ ਕੇ, 3 ਨੂੰ ਛੱਡ ਕੇ ਇੱਕ ਨਾਲ ਸਾਂਝ, ਸੋਈ ਪੁਰਖ ਸਿਮਰ ਸਾਚਾ, ਜਾ ਕਾ ਇੱਕ ਨਾਮ ਅਛਲ ਸੰਸਾਰੇ। ਉਹ ਰੱਬ ਜਿਹਦਾ ਇੱਕ ਨਾਮ ਜਗਤ ਵਿੱਚ ਅੱਛਾ ਲਿਆ, ਉਹ ਅਕਾਲ ਪੁਰਖ। ਉੱਥੋਂ ਸਿਫਤ ਸ਼ੁਰੂ ਕੀਤੀ ਤੇ ਇੱਥੋਂ ਸਿਫਤ ਸ਼ੁਰੂ ਕਰਦਿਆਂ ਗੁਰੂ ਅਮਰਦਾਸ ਸਾਹਿਬ ਦੀ ਜਦੋਂ ਸਿਫਤ ਕੀਤੀ, ਉਹਨਾਂ ਨੇ ਸਪਸ਼ਟ ਕਹਿ ਦਿੱਤਾ ਕਿ ਇਹ ਰੀਤ ਗੁਰੂ ਨਾਨਕ ਸਾਹਿਬ ਤੋਂ ਚਲੀ ਆ ਰਹੀ ਹੈ। ਉਹ ਕਿਵੇਂ? ਤਿਤ ਨਾਮ ਰਸਿਕ ਨਾਨਕ। ਉਹ ਜਿਹੜਾ ਅਕਾਲ ਪੁਰਖ ਦਾ ਇੱਕ ਨਾਮ ਹੈ ਨਾ, ਉਹਦਾ ਰਸ ਗੁਰੂ ਨਾਨਕ ਸਾਹਿਬ ਨੇ ਲਿਆ। ਨਾਮ ਦਾ ਰਸ ਕਿਵੇਂ ਲਿਆ ਜਾਂਦਾ ਹੈ? ਉਹਦਾ ਰਟਨ ਕਰਕੇ ਨਹੀਂ, ਨਾਮ ਨੂੰ ਸਿਮਰ ਕੇ। ਰਟਨ ਕਰਕੇ ਨਹੀਂ, ਸਿਮਰ ਕੇ। ਰਟਣਾ ਤੇ ਸਿਮਰਨਾ ਦੋ ਅਲੱਗ-ਅਲੱਗ ਚੀਜ਼ਾਂ ਨੇ। ਰਟਣਾ ਹੁੰਦਾ ਹੈ ਰੈਪੀਟੀਸ਼ਨ, ਸਿਮਰਨਾ ਹੁੰਦਾ ਹੈ ਰਿਮੈਂਬਰੈਂਸ। ਨਾਮ ਨੂੰ ਰਿਮੈਂਬਰੈਂਸ, ਚੇਤੇ ਕਰਕੇ, ਰਿਮੈਂਬਰ ਕਰਕੇ। ਜੇ ਪ੍ਰਭੂ ਦਾ ਨਾਮ ਦਿਆਲੂ ਹੈ ਤੇ ਦਇਆ ਨੂੰ ਚੇਤੇ ਕਰਨਾ। ਜੇ ਪ੍ਰਭੂ ਦਾ ਨਾਮ ਬਖਸ਼ਿੰਦ ਹੈ ਤੇ ਬਖਸ਼ਿੰਦ ਦਾ ਰਸ ਲੈਣਾ, ਆਪ ਬਖਸ਼ਿੰਦ ਬਣਨਾ। ਜੇ ਪ੍ਰਭੂ ਦਾ ਨਾਮ ਨਿਰਵੈਰ ਹੈ, ਨਿਰਵੈਰ ਦਾ ਰਸ ਲੈਣਾ, ਆਪ ਨਿਰਵੈਰ ਹੋਣਾ। ਜੇ ਪ੍ਰਭੂ ਦਾ ਨਾਮ ਨਿਰਭਉ ਹੈ ਤੇ ਆਪ ਨਿਰਭਉ ਹੋਣਾ। ਇਹਨੂੰ ਕਹਿੰਦੇ ਨੇ ਜਪਣਾ। ਨਿਰਭਉ ਜਪੈ ਸਗਲ ਭਉ ਮਿਟੈ। ਜਿਹਦੇ ਸਾਰੇ ਡਰ ਮੁੱਕ ਗਏ, ਸਮਝ ਲਓ ਉਹਨੇ ਨਿਰਭਉ ਜਪਿਆ। ਭਾਵ ਉਹਦੇ ਚ ਨਿਰਭਉਤਾ ਦਾ ਗੁਣ ਆ ਗਿਆ, ਨਿਰਭੈਤਾ ਦਾ ਰਸ ਉਹਦੇ ਅੰਦਰ ਭਰਿਆ ਗਿਆ। ਜਿਸ ਪ੍ਰਭੂ ਦੇ ਨਾਮ ਦਾ ਰਸ ਗੁਰੂ ਨਾਨਕ ਸਾਹਿਬ ਨੇ ਲਿਆ, ਉਸ ਦੇ ਨਾਮ ਦੇ ਵਿੱਚ ਭਾਈ ਲਹਿਣਾ ਜੀ ਟਿਕ ਗਏ ਤੇ ਭਾਵ ਗੁਰੂ ਅੰਗਦ ਦੇਵ ਪਾਤਸ਼ਾਹ ਬਣ ਗਏ। ਹੁਣ ਉਸੇ ਹੀ ਨਾਮ ਦੀ ਬਰਕਤ ਨਾਲ ਕਵ ਜਨ ਕਲ ਸੁਬੁੱਧੀ ਕੀਰਤ ਜਨ ਅਮਰਦਾਸ ਬਿਸਤਰੀਆ। ਉੱਚੀ ਬੁੱਧੀ ਵਾਲੇ ਗੁਰੂ ਅਮਰਦਾਸ ਪਾਤਸ਼ਾਹ ਦੀ ਸ਼ੋਭਾ ਵੀ ਹੈ ਉਸੇ ਨਾਮ ਦੀ ਬਰਕਤ ਨਾਲ ਹੈ, ਜਿਹੜੀ ਪੂਰੀ ਜਗਤ ਵਿੱਚ ਫੈਲ ਰਹੀ ਹੈ। ਉਹੀ ਰੱਬ ਦਾ ਨਾਮ, ਉਹੀ ਰੱਬ ਦੇ ਗੁਣ ਅੱਗੋਂ ਆ ਰਹੇ ਨੇ ਔਰ ਲਗਾਤਾਰ ਆ ਰਹੇ ਨੇ। ਔਰ ਐਸੇ ਨਾਮ ਦੇ ਨਾਲ ਜਦੋਂ ਜੁੜੇ ਤੇ ਉਸ ਨਾਮ ਨੇ ਕੀ ਕੀਤਾ, ਦੁਨੀਆ ਵਿੱਚ ਗੁਰੂ ਅਮਰਦਾਸ ਪਾਤਸ਼ਾਹ ਜੀ ਨੂੰ ਵੀ ਚਾਰੇ ਦਿਸ਼ਾਵਾਂ ਦੇ ਵਿੱਚ ਪ੍ਰਸਿੱਧੀ ਦੇ ਦਿੱਤੀ। ਚੌਵਾਂ ਦਿਸ਼ਾਵਾਂ ਵਿੱਚ ਗੁਰੂ ਅਮਰਦਾਸ ਸਾਹਿਬ ਦੀ ਵੀ ਜੈ ਜੈਕਾਰ ਹੋਣ ਲੱਗ ਪਈ। ਜਿਹਨੂੰ ਭੱਟ ਇਹ ਕਹਿ ਰਹੇ ਨੇ, ਕੀਰਤ ਕਲ ਰਵ ਕਿਰਨ ਪ੍ਰਗਟ ਸੰਸਾਰੈ, ਸ਼ਾਖ ਤਰੋਵਰ ਬਵਲਸਰਾ, ਉੱਤਰ ਦੱਖਣੈ ਪੁਗ ਅਰ ਪਸ਼ਚਮ, ਜੈ ਜੈਕਾਰ ਜਪੰਥ ਨਰਾ। ਚੌਵਾਂ ਦਿਸ਼ਾਵਾਂ ਦੇ ਵਿੱਚ ਗੁਰੂ ਅਮਰਦਾਸ ਪਾਤਸ਼ਾਹ ਜੀ ਦੀ ਜੈ ਜੈਕਾਰ ਹੋਣ ਲੱਗ ਪਈ, ਕਿਉਂਕਿ ਉਹਨਾਂ ਨੇ ਨਾਮ ਦੇ ਨਾਲ ਸਾਂਝ ਪਾਈ। ਹੁਣ ਜਿਵੇਂ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਸੱਚ ਦੇ ਤੀਰਥ ਤੇ ਸੱਚ ਦਾ ਇਸ਼ਨਾਨ ਕਰਦੇ ਨੇ, ਹੁਣ ਗੁਰੂ ਅਮਰਦਾਸ ਪਾਤਸ਼ਾਹ ਵੀ ਇਸ ਤਰ੍ਹਾਂ ਕਰ ਰਹੇ ਨੇ। ਨਾਮ ਨਾਵਣ, ਨਾਮ ਰਸ ਖਾਣ ਅਰ ਭੋਜਨ, ਨਾਮ ਰਸ ਸਦਾ ਚਾਏ ਮੁਖ ਮਿਸ਼ਟ ਬਾਣੀ। ਗੁਰੂ ਅਮਰਦਾਸ ਪਾਤਸ਼ਾਹ ਦਾ ਵੀ ਇਸ਼ਨਾਨ ਨਾਮ ਹੈ, ਉਹਨਾਂ ਦਾ ਭੋਜਨ ਵੀ ਨਾਮ ਹੈ, ਉਹਨਾਂ ਦਾ ਰਸ ਵੀ ਨਾਮ ਹੈ। ਇੱਥੋਂ ਤੱਕ ਕਿ ਉਹਨਾਂ ਦੇ ਮੁਖ ਦੇ ਜਿਹੜੇ ਮਿੱਠੇ ਬਚਨ ਨੇ ਉਹ ਨਾਮ ਹੀ ਨੇ। ਕਿਵੇਂ ਪਤਾ ਲੱਗੇ ਸਾਡੀ ਜ਼ੁਬਾਨ ਤੇ ਨਾਮ ਟਿਕ ਗਿਆ ਹੈ? ਨਾਮ ਵਿੱਚ ਹੁੰਦੀ ਹੈ ਮਿਠਾਸ। ਨਾਮ ਮਿੱਠਾ ਹੈ ਔਰ ਇੰਨਾ ਮਿੱਠਾ ਪ੍ਰਭੂ ਦਾ ਨਾਮ, ਜਿਹਨੂੰ ਗੁਰਬਾਣੀ ਨੇ ਥਾਂ ਥਾਂ ਤੇ ਕਹਿ ਦਿੱਤਾ ਕਿ ਪ੍ਰਭੂ ਤੇਰੇ ਵਰਗੀ ਮਿਠਾਸ ਕਿਤੇ ਨਹੀਂ। ਫਰੀਦਾ ਸ਼ੱਕਰ ਖੰਡ ਨਿਵਾਤ ਗੁੜ ਮੱਖਿਓ ਮਾਝਾ ਬੁੱਧ, ਸਭੇ ਵਸਤੂ ਮਿੱਠੀਆਂ ਰੱਬ ਨਾ ਪੁੱਜਨ ਤੁਧ। ਗੁਸਾਈ ਮਹਿੰਡਾ ਇਠੜਾ ਅੰਬ ਅੰਬੇ ਥਾਵ ਮਿਠੜਾ। ਜਾਂ ਅਸੀਂ ਗੁਰਬਾਣੀ ਚ ਪੜ੍ਹਦੇ ਹਾਂ ਕਿ ਪ੍ਰਭੂ ਦੀ ਬੋਲੀ, ਉਹਦੇ ਬੋਲ ਬੜੇ ਮਿੱਠੇ ਨੇ। ਖੂਬ ਤੇਰੀ ਪਗੜੀ ਮਿੱਠੇ ਤੇਰੇ ਬੋਲ, ਬਾਣੀ ਬੜੀ ਮਿੱਠੀ ਹੈ। ਬਾਣੀ ਮਿੱਠੀ ਅੰਮ੍ਰਿਤ ਧਾਰ ਜਿਨ ਪੀਤੀ ਤਿਨ ਮੁਖ ਦੁਆਰ।
ਜਿਹੜਾ ਪ੍ਰਭੂ ਮਿੱਠਾ ਹੈ, ਜਿਹਦੇ ਪ੍ਰਭੂ ਦੇ ਬੋਲ ਮਿੱਠੇ ਨੇ, ਉਹਦੀ ਬਾਣੀ ਮਿੱਠੀ ਹੈ। ਕਿਵੇਂ ਪਤਾ ਲੱਗੇ? ਜਿਸ ਦਿਨ ਮਨੁੱਖ ਨੇ ਮਿੱਠਾ ਬੋਲਣਾ ਸ਼ੁਰੂ ਕਰ ਦਿੱਤਾ, ਸਮਝ ਲਿਓ ਉਹਦੇ ਮੁਖ ਤੇ ਨਾਮ ਆ ਗਿਆ, ਕਿਉਂਕਿ ਨਾਮ ਦਾ ਰਸ ਬਾਣੀ ਨੂੰ ਮਿੱਠਾ ਕਰ ਦਿੰਦਾ ਹੈ। ਨਾਮ ਰਸ ਸਦਾ ਚਾਏ, ਮੁਖ ਮਿਸ਼ਟ ਬਾਣੀ। ਜਿਹਦੀ ਜ਼ੁਬਾਨ ਤੇ ਨਾਮ ਦੀ ਮਿਠਾਸ ਹੈ, ਉਹ ਜਦੋਂ ਬੋਲੇਗਾ ਮਿੱਠੇ ਬੋਲ ਹੀ ਬੋਲਦਾ ਹੈ। ਇਹ ਗੁਰੂ ਅਮਰਦਾਸ ਪਾਤਸ਼ਾਹ, ਤੁਹਾਡੇ ਬੋਲ ਬੜੇ ਮਿੱਠੇ ਨੇ। ਤੁਸੀਂ ਨਾਮ ਨਾਲ ਜੁੜ ਗਏ ਹੋ, ਇਸ ਕਰਕੇ ਹੁਣ ਮੈਂ ਵੀ ਤੁਹਾਡੇ ਚਰਨਾਂ ਦੇ ਵਿੱਚ ਹੱਥ ਜੋੜ ਕੇ ਨਮਸਕਾਰ ਕਰਦਾ ਹਾਂ। ਮਸਤਕ ਨਿਸ਼ਾਨ ਸੱਚੋ ਕਰਮ ਤੁਹਾਡੇ ਮੱਥੇ ਦੇ ਉੱਪਰ। ਇੱਥੇ ਫਿਰ ਹੁਣ ਮੱਥਾ ਆ ਗਿਆ। ਮੱਥੇ ਵਿੱਚ ਹੁੰਦੀ ਹੈ ਮੱਤ। ਤੁਹਾਡੀ ਮੱਤ ਦੇ ਵਿੱਚ ਕੀ ਹੈ? ਇੱਕ ਨਿਸ਼ਾਨੀ ਹੈ ਸੱਚੋ ਕਰਮ ਦੀ, ਸੱਚੀ ਬਖਸ਼ਿਸ਼ ਦੀ। ਉਹ ਹੈ ਪ੍ਰਭੂ ਦੇ ਗੁਣ। ਰੱਬ ਦੇ ਗੁਣ ਤੁਹਾਡੇ ਮਸਤਕ ਵਿੱਚ ਆ ਕੇ ਟਿਕ ਗਏ। ਕੱਲ ਜੋੜ ਕਰਤੇ ਆਇਓ। ਭੱਟ ਕੱਲ ਆਖਦਾ, ਮੈਂ ਹੱਥ ਜੋੜ ਕੇ ਇੱਕ ਧਿਆਨ ਕਰਦਾ ਹਾਂ, ਧਿਆਂਦਾ ਹਾਂ, ਇੱਕ ਹੱਥ ਜੋੜ ਕੇ ਇੱਕ ਸਿਫਤ ਕਰਦਾ ਹਾਂ। ਕਿਹੜੀ ਕਰਦਾ ਹਾਂ? ਕਿ ਪਰਸਿਓ ਗੁਰੂ ਸਤਿਗੁਰੂ ਤਿਲਕ ਸਰ ਵਿੱਚ ਤਿਨ ਪਾਇਓ। ਜਿਨ੍ਹਾਂ ਮਨੁੱਖਾਂ ਨੇ ਗੁਰੂ ਨੂੰ ਧਿਆਇਆ, ਉਹਨਾਂ ਨੇ ਆਪਣੀਆਂ ਮਨੋਕਾਮਨਾ ਪੂਰੀਆਂ ਕਰ ਲਈਆਂ। ਇਹ 9 ਸਵਈਏ ਜਿਹੜੇ ਨੇ, ਇਹ ਭੱਟ ਕਲ ਸਹਾਰ ਦੇ ਉਚਾਰੇ ਹੋਏ। ਇਸ ਤੋਂ ਅੱਗੇ ਭੱਟ ਜਾਲਪ ਦੇ ਜਿਹੜੇ ਨੇ ਸਵਈਏ ਆਰੰਭ ਨੇ, 12 ਸਵਈਏ ਨੇ। ਜਦੋਂ ਭੱਟ ਜਾਲਪ ਸਿਫਤ ਕਰਦੇ ਨੇ, ਉਦੋਂ ਉਹ ਵੀ ਇੱਕ ਦੀ ਗੱਲ ਕਰਦੇ ਨੇ। ਗੁਰੂ ਅਮਰਦਾਸ ਪਾਤਸ਼ਾਹ ਦੀ ਸਿਫਤ ਇੱਥੋਂ ਸ਼ੁਰੂ ਕੀਤੀ ਉਹਨਾਂ ਨੇ ਕਿ ਸਾਡੇ ਪੈਰ ਉਦੋਂ ਸਫਲ ਨੇ ਜਿਹੜੇ ਪੈਰ ਗੁਰੂ ਵਾਲੇ ਪਾਸੇ ਤੁਰਨਗੇ। ਹੱਥ ਉਦੋਂ ਸਫਲ ਨੇ ਜਦੋਂ ਗੁਰੂ ਦੇ ਚਰਨਾਂ ਨੂੰ ਛੂਹਣਗੇ। ਜੀਭ ਉਦੋਂ ਸਫਲ ਹੈ ਜਦੋਂ ਗੁਰੂ ਦੀ ਸਿਫਤ ਕਰੇਗੀ। ਅੱਖਾਂ ਉਦੋਂ ਸਫਲ ਨੇ ਜਦੋਂ ਗੁਰੂ ਅਮਰਦਾਸ ਪਾਤਸ਼ਾਹ ਦੇ ਦਰਸ਼ਨ ਕਰਨਗੀਆਂ। ਕੰਨ ਉਦੋਂ ਸਫਲ ਨੇ ਜਦੋਂ ਗੁਰੂ ਦੀ ਬਾਣੀ ਨੂੰ ਸੁਣਨਗੇ। ਹਿਰਦਾ ਉਦੋਂ ਸਫਲ ਹੈ ਜਦੋਂ ਗੁਰੂ ਅਮਰਦਾਸ ਸ਼ਬਦ ਰੂਪ ਹਿਰਦੇ ਚ ਵਸੇਗਾ। ਸਿਰ ਉਦੋਂ ਸਫਲ ਹੈ, ਸਕਤ ਸੋ ਸਿਰ ਜਾਲਕ ਬਣੇ, ਜੋ ਸਿਰ ਨਿਵੈ ਗੁਰੂ ਅਮਰਮਿਤ, ਜਦੋਂ ਸਿਰ ਗੁਰੂ ਅੱਗੇ ਝੁਕ ਜਾਏਗਾ। ਤੇ ਇਹਦੇ ਵਿੱਚ ਹੀ ਫਿਰ ਭੱਟ ਜਿਹੜੇ ਨੇ ਉਹ ਆਖਦੇ ਨੇ ਕਿ ਸਤਿਗੁਰੂ ਪਾਤਸ਼ਾਹ ਤੁਸੀਂ ਵੀ ਇੱਕ ਨਾਲ ਜੁੜੇ ਹੋ। ਹੈ ਗੁਰੂ ਅਮਰਦਾਸ ਪਾਤਸ਼ਾਹ, ਤੁਹਾਡੀ ਵੀ ਇੱਕ ਨਾਲ ਸਾਂਝ ਹੈ। ਇੱਕ ਬਿਨ ਦੁੱਗਣ ਜੋ ਤੋ ਰਹੇ, ਜਾਂ ਸੁਮੰਤਰ ਮਨ ਮੈਂ ਲਹੈ। ਤੁਸੀਂ ਇੱਕ ਨਾਲ ਜੁੜੇ ਹੋ, ਤੇ ਜਦੋਂ ਕੋਈ ਤੁਹਾਡੇ ਪਾਸੋਂ ਇੱਕ ਦਾ ਗਿਆਨ ਲੈ ਲੈਂਦਾ ਹੈ, ਇੱਕ ਦੇ ਗਿਆਨ ਨਾਲ ਜੁੜ ਕੇ ਉਹਦਾ ਦੂਜਾ ਭਾਉ ਖਤਮ ਹੋ ਜਾਂਦਾ ਹੈ। ਇੱਕ ਬਿਨ, ਇੱਕ ਨੂੰ ਪਛਾਣ ਕੇ ਦੁੱਗਣ ਜੋ ਤੋ ਰਹੇ, ਉਹਦਾ ਦੁਬਦਾਪਨ, ਦੁਚਿੱਤਾਪਨ ਉਸ ਮਨੁੱਖ ਦਾ ਮੁੱਕ ਜਾਂਦਾ ਹੈ। ਜਾਂ ਸਮੰਤਰ ਮਨ ਮੈਂ ਲਹੈ, ਜਦੋਂ ਕੋਈ ਮਨੁੱਖ ਗੁਰੂ ਦਾ ਸ੍ਰੇਸ਼ਟ ਮੰਤਰ, ਗੁਰੂ ਦਾ ਉਪਦੇਸ਼ ਹਾਸਲ ਕਰ ਲੈਂਦਾ ਹੈ। ਜਾਲਪਾ ਪਦਾਰਥ ਇਤੜੇ, ਗੁਰੂ ਅਮਰਦਾਸ ਡਿਠੇ ਮਿਲੇ। ਇਹ ਜਾਲਪ ਕਹੇ ਕਿ ਇੰਨੇ ਪਦਾਰਥ, ਸਤ ਸੰਤੋਖ ਦਇਆ ਧਰਮ ਧੀਰਜ ਗਿਆਨ ਵਿਰਾਗ, ਆ ਗੁਣਾਂ ਦੇ ਏਡੇ ਪਦਾਰਥ ਉਸ ਮਨੁੱਖ ਦੀ ਜ਼ਿੰਦਗੀ ਚ ਆ ਜਾਂਦੇ ਨੇ ਜਿਹੜੇ ਗੁਰੂ ਅਮਰਦਾਸ ਪਾਤਸ਼ਾਹ ਦੇ ਦਰਸ਼ਨ ਕਰ ਲੈਂਦੇ ਨੇ, ਭਾਵ ਗੁਰੂ ਦੇ ਸਿਧਾਂਤ ਨਾਲ ਜੁੜ ਜਾਂਦੇ ਨੇ। ਇਹ ਜਿਹੜੇ ਸਵਈਏ ਨੇ, ਇਹ ਭੱਟ ਜਾਲਪ ਜੀ ਦੇ ਨੇ, ਉਹ ਕੰਟੀਨਿਊ ਚੱਲ ਰਹੇ ਨੇ। ਅਜੇ ਵੀ ਅੱਗੋਂ ਇਹ ਸਵਈਏ ਚੱਲ ਰਹੇ ਹਨ। ਇਸ ਤੋਂ ਅੱਗੇ ਜਦੋਂ ਭੱਟ ਜੀ ਸਿਫਤ ਕਰਦੇ ਹਨ, ਉਦੋਂ ਫਿਰ ਇੱਕ ਸੱਚੇ ਪ੍ਰਭੂ ਦੇ ਨਾਮ ਦਾ ਹੀ ਉਹ ਜ਼ਿਕਰ ਕਰ ਰਹੇ ਹਨ। ਸੱਚ ਨਾਮ ਕਰਤਾਰ, ਸੋ ਦ੍ਰਿੜ ਨਾਨਕ ਸੰਗਰਿਓ। ਹੁਣ ਉਹੀ ਰੀਤ ਜਿਹੜੀ ਪਿਛਲੇ ਭੱਟਾਂ ਨੇ ਕਹੀ ਸੀ, ਗੁਰੂ ਨਾਨਕ ਪਾਤਸ਼ਾਹ ਤੋਂ ਗੁਰੂ ਅੰਗਦ ਦੇਵ ਪਾਤਸ਼ਾਹ, ਹੁਣ ਉੱਥੋਂ ਹੀ ਉਸੇ ਰੀਤ ਨੂੰ ਅੱਗੋਂ ਤੋਰੇ ਨੇ ਭੱਟ ਜਾਲਪ ਕਿ ਗੁਰੂ ਅੰਗਦ ਦੇਵ ਪਾਤਸ਼ਾਹ ਤੋਂ ਗੁਰੂ ਅਮਰਦਾਸ ਪਾਤਸ਼ਾਹ। ਸੱਚ ਨਾਮ ਕਰਤਾਰ, ਸੋ ਦ੍ਰਿੜ ਨਾਨਕ ਸੰਗਰਿਓ। ਗੁਰੂ ਨਾਨਕ ਪਾਤਸ਼ਾਹ ਨੇ ਪ੍ਰਭੂ ਦਾ ਸੱਚਾ ਨਾਮ ਉਹ ਪੱਕਾ ਕੀਤਾ। ਉਹੀ ਨਾਮ ਜਿਹੜਾ ਫਿਰ ਉਸੇ ਨਾਮ ਤੋਂ ਗੁਰੂ ਅੰਗਦ ਦੇਵ ਪਾਤਸ਼ਾਹ ਪ੍ਰਗਟ ਹੋ ਗਏ। ਤਾਂ ਤੇ ਅੰਗਦ ਲੈਣਾ ਪ੍ਰਗਟ, ਤਾਸ ਚਰਨੇ ਲਿਵ ਰਹੇ ਹੋ। ਉਹੀ ਜਿਹੜਾ ਨਾਮ ਹੈ ਗੁਰੂ ਅਮਰਦਾਸ ਪਾਤਸ਼ਾਹ ਦੇ ਅੰਦਰ ਟਿਕ ਗਿਆ। ਤਿਤ ਕੁਲ ਗੁਰੂ ਅਮਰਦਾਸ ਆਸਾ ਨਿਵਾਸ, ਤਾਸ ਗੁਣ ਕਵਣ ਵਖਾਣੋ, ਜੋ ਗੁਣ ਅਲਖ ਅਗੰਮ ਤਿਨੈ ਗੁਣੰਤ ਨਾ ਜਾਣੋ। ਉਹੀ ਰੱਬੀ ਗੁਣ ਜਿਹੜੇ ਸਨ ਗੁਰੂ ਨਾਨਕ ਪਾਤਸ਼ਾਹ ਤੋਂ ਗੁਰੂ ਅੰਗਦ ਦੇਵ ਪਾਤਸ਼ਾਹ, ਔਰ ਗੁਰੂ ਅੰਗਦ ਦੇਵ ਪਾਤਸ਼ਾਹ ਤੋਂ ਗੁਰੂ ਅਮਰਦਾਸ ਪਾਤਸ਼ਾਹ ਦੇ ਹਿਰਦੇ ਚ ਜਾ ਕੇ ਟਿਕੇ। ਮੈਂ ਉਸ ਗੁਰੂ ਦੇ ਕਿਹੜੇ ਗੁਣ ਵਰਣਨ ਕਰਾਂ ਜਿਹੜੇ ਗੁਣ ਅਲਖ ਅਗੰਮ, ਉਸ ਪ੍ਰਭੂ ਵਾਲੇ ਗੁਣ ਗੁਰੂ ਅਮਰਦਾਸ ਪਾਤਸ਼ਾਹ ਦੇ ਹਿਰਦੇ ਵਿੱਚ ਹਨ। ਮੈਂ ਉਹਨਾਂ ਦਾ ਅੰਤ ਨਹੀਂ ਪਾ ਸਕਦਾ। ਰੱਬੀ ਗੁਣ ਅੱਗੋਂ ਗੁਰੂ ਅਮਰਦਾਸ ਪਾਤਸ਼ਾਹ ਦੇ ਹਿਰਦੇ ਦੇ ਵਿੱਚ ਪਹੁੰਚ ਗਏ। ਤੇ ਸਤਿਗੁਰੂ ਪਾਤਸ਼ਾਹ ਜਦੋਂ ਰੱਬ ਦੇ ਗੁਣ ਆ ਗਏ ਗੁਰੂ ਅਮਰਦਾਸ ਪਾਤਸ਼ਾਹ ਚ, ਉਦੋਂ ਰੱਬ ਦਾ ਹੀ ਰੂਪ ਹੋ ਗਏ। ਜੇ ਨਿਰਵੈਰ ਦਾ ਗੁਣ ਹੈ ਤੇ ਰੱਬ ਨਿਰਵੈਰ ਹੈ, ਗੁਰੂ ਅਮਰਦਾਸ ਨਿਰਵੈਰ ਹੋ ਗਏ। ਜੇ ਰੱਬ ਕਰਤਾ ਹੈ ਤੇ ਗੁਰੂ ਅਮਰਦਾਸ ਪਾਤਸ਼ਾਹ ਦੇ ਅੰਦਰ ਕਰਤਾ ਦਾ ਗੁਣ ਹੈ, ਗੁਰੂ ਅਮਰਦਾਸ ਪਾਤਸ਼ਾਹ ਕਰਤਾ ਹੋ ਗਏ। ਜੇ ਰੱਬ ਬਖਸ਼ਿੰਦ ਹੈ, ਗੁਰੂ ਅਮਰਦਾਸ ਪਾਤਸ਼ਾਹ ਅੰਦਰ ਬਖਸ਼ਿਸ਼ ਦਾ ਗੁਣ ਆਇਆ ਤੇ ਉਹ ਰੱਬ ਦਾ ਰੂਪ ਹੋ ਗਏ।
ਇਸੇ ਕਰਕੇ ਬੜਾ ਸਪਸ਼ਟ ਕਹਿ ਦਿੱਤਾ, ਆਪ ਨਾਰਾਇਣ ਕਲਾਤਾਰ ਜਗ ਮੈਂ ਪਰਵਰਿਓ, ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰੇ। ਆਪ ਰੱਬ ਦਾ ਰੂਪ ਹੋ ਗਏ ਤੁਸੀਂ ਜਗਤ ਦੇ ਵਿੱਚ। ਮਨੋ ਨਿਰੰਕਾਰ ਨੇ ਆਕਾਰ ਲੈ ਲਿਆ, ਉਹਨਾਂ ਗੁਣਾਂ ਨੇ ਆਕਾਰ ਲੈ ਲਿਆ ਗੁਰੂ ਅਮਰਦਾਸ ਪਾਤਸ਼ਾਹ ਦਾ। ਕਿਵੇਂ? ਹਰ ਥਾਂ ਤੇ ਸ਼ਬਦ ਦਾ ਪਸਾਰਾ ਫੈਲ ਰਿਹਾ ਹੈ। ਜੈ ਕਹਿਤੇ ਭਰਪੂਰ ਸ਼ਬਦ ਦੀਪਕ ਦੀਪਾਇਓ, ਜੈ ਸਿੱਖੇ ਸੰਗਰਿਓ ਤਤ ਹਰ ਚਰਨ ਮਿਲਾਇਓ। ਉਸੇ ਦਾ ਰੂਪ ਹੋ ਗਏ। ਔਰ ਸਿਫਤ ਕਰਦਿਆਂ ਕਰਦਿਆਂ ਭੱਟ ਜਾਲਪ ਜਿਹੜੇ ਨੇ ਉਹ ਅਖੀਰ ਤੇ ਜਾ ਕੇ ਫਿਰ ਸਤਿਗੁਰੂ ਦੀ ਸਿਫਤ ਕਰਦੇ ਨੇ ਕਿ ਸਤਿਗੁਰੂ ਪਾਤਸ਼ਾਹ, ਮੈਨੂੰ ਇੱਕੋ ਸੋਚ ਹੈ ਪਰ ਮੈਂ ਕਹਿ ਨਹੀਂ ਸਕਦਾ, ਕਿਵੇਂ ਕਵਾਂ? ਮੈਂ ਸਾਰੀਆਂ ਸੋਚਾਂ ਤੇਰੇ ਹਵਾਲੇ ਕਰ ਦਿੱਤੀਆਂ। ਚਿੱਤ ਚਿਤਵੋਂ ਅਰਦਾਸ ਕਹੋ ਪਰ ਕਹਿ ਵੀ ਨਾ ਸਕੋ। ਸੋਚਦਾ ਮੈਂ ਤੇਰੇ ਅੱਗੇ ਬੇਨਤੀ ਕਰਾਂ ਪਰ ਮੈਂ ਕਹਿ ਵੀ ਨਹੀਂ ਸਕਦਾ। ਮੈਂ ਕੀ ਕੀਤਾ? ਸਰਵ ਚਿੰਤ ਤੁਝ ਪਾਸ, ਮੈਂ ਆਪਣੀਆਂ ਸਾਰੀਆਂ ਚਿੰਤਾ ਫਿਕਰ ਤੇਰੇ ਅੱਗੇ ਭੇਟ ਕਰ ਦਿੱਤੇ। ਸਾਧ ਸੰਗਤ ਹੋਂ ਤੱਕੋਂ, ਮੈਂ ਤੇ ਤੇਰੀ ਸਾਧ ਸੰਗਤ ਦਾ ਆਸਰਾ ਤੱਕਦਾ ਹਾਂ। ਤੇ ਉਦੋਂ ਅਖੀਰ ਤੇ ਜਾ ਕੇ ਫਿਰ ਭੱਟ ਜੀ ਆਖਦੇ ਨੇ ਕਿ ਅਗੰਮ ਅਲਖ ਕਾਰਨ ਪੁਰਖ, ਜੋ ਫਰਮਾਵੇਂ ਸੋ ਕਹੋ। ਗੁਰੂ ਅਮਰਦਾਸ ਕਾਰਨ ਕਰਨ, ਜਿਵ ਤੂੰ ਰੱਖੈਂ ਤਿਵ ਰਹੋ। ਇਹ ਗੁਣ ਸਾਡੇ ਚ ਆ ਸਕਦੇ ਕਦੀ? ਜਦੋਂ ਅਸੀਂ ਗੁਰੂ ਦੇ ਦਰ ਤੇ ਜਾਂਦੇ ਹਾਂ, ਅਸੀਂ ਇਹ ਗੱਲ ਨਹੀਂ ਕਹਿੰਦੇ ਵੀ ਚਿਤ ਚਿਤਵੋਂ ਅਰਦਾਸ ਕਰੋ ਪਰ ਕਹਿ ਵੀ ਨਾ ਸਕੋ। ਅਸੀਂ ਇਹ ਗੱਲ ਨਹੀਂ ਕਹਿੰਦੇ ਸਰਬ ਚਿੰਤ ਤੁਧ ਪਾਸ, ਤੈਨੂੰ ਸਾਰੀਆਂ ਚਿੰਤਾ ਨੇ ਮੇਰੀਆਂ, ਮੈਨੂੰ ਕੀ ਚਾਹੀਦਾ ਕੀ ਨਹੀਂ ਚਾਹੀਦਾ, ਜੋ ਤੈਨੂੰ ਪਤਾ ਹੈ ਉਹ ਆਪੇ ਹੀ ਦੇ ਦੇ, ਆਪੇ ਜਾਣੇ ਆਪੇ ਦੇ, ਆਪ ਹੀ ਤੂੰ ਜਾਣਦੇ ਆਪ ਹੀ ਦੇ ਦਿੰਦਾ, ਮੈਨੂੰ ਕਹਿਣ ਦੀ ਲੋੜ ਨਹੀਂ। ਨਹੀਂ, ਜਦੋਂ ਅਸੀਂ ਗੁਰੂ ਕੋਲ ਜਾਂਦੇ ਹਾਂ, ਅਸੀਂ ਤੇ ਲਿਸਟਾਂ ਲੈ ਕੇ ਜਾਂਦੇ ਹਾਂ ਲੰਮੀਆਂ ਲੰਮੀਆਂ। ਦੇਖ ਸਤਿਗੁਰੂ, ਤੂੰ ਆ ਵੀ ਨਹੀਂ ਦਿੱਤਾ, ਉਹ ਵੀ ਨਹੀਂ ਦਿੱਤਾ, ਆ ਵੀ ਨਹੀਂ ਮਿਲਿਆ, ਉਹ ਵੀ ਨਹੀਂ ਮਿਲਿਆ। ਲੰਮੀ ਲਿਸਟ ਹੁੰਦੀ ਸਾਡੀ। ਮੈਨੂੰ ਕਾਰ ਵੀ ਦੇ ਦੇ, ਮੈਨੂੰ ਕੋਠੀ ਦੇ ਦੇ, ਮੈਨੂੰ ਵੀਜ਼ਾ ਦੇ ਦੇ, ਮੈਨੂੰ ਨੌਕਰੀ ਦੇ ਦੇ, ਮੈਨੂੰ ਪੁੱਤਰ ਦੇ ਦੇ, ਮੈਨੂੰ ਆਹ ਦੇ ਦੇ, ਉਹ ਦੇ ਦੇ। ਅਸੀਂ ਨਹੀਂ ਕਹਿੰਦੇ ਵੀ ਆਪੇ ਜਾਣੇ ਆਪੇ ਦੇ, ਸਰਬ ਚਿੰਤ ਤੁਧ ਪਾਸ। ਅਸੀਂ ਨਹੀਂ ਇਹ ਗੱਲ ਕਹਿੰਦੇ, ਸਾਰੀਆਂ ਚਿੰਤਾਵਾਂ ਤੇਰੇ ਵਾਸ ਹੱਥ ਨੇ, ਜੋ ਤੇਰਾ ਮਨ ਕਰਦਾ ਦੇ ਦੇ। ਅਸੀਂ ਤੇ ਲਿਸਟਾਂ ਲੈ ਕੇ ਜਾਂਦੇ ਹਾਂ। ਏਦਾਂ ਲੱਗਦਾ ਜਿਵੇਂ ਰੱਬ ਦੇ ਗੁਨਾਹ ਗਿਣਦੇ ਹੁੰਦੇ ਆ। ਗਿਣ ਤੋ ਲੈਤੇ ਹੈ ਗੁਨਾਹ ਉਂਗਲੀਓਂ ਪੇ, ਰਹਿਮਤੋਂ ਕਾ ਹਿਸਾਬ ਕੌਣ ਕਰੇ। ਜਿਹੜੀਆਂ ਉਹਨੇ ਦਾਤਾਂ ਦਿੱਤੀਆਂ ਨੇ ਉਹਦਾ ਹਿਸਾਬ ਕਿੰਨੇ ਕਰਨਾ ਹੈ? 10 ਵਸਤੂ ਲੈ ਪਾਛੇ ਪਾਵੇ, ਇੱਕ ਵਸਤ ਕਾਰਨ ਵਿਖੋਟ ਗਵਾਵੇ। ਇੱਕ ਵੀ ਨਾ ਦੇ 10 ਵੀ ਹਿਰ ਲੈ, ਤੋ ਮੂੜਾ ਕੋ ਕਹਾ ਕਰੇ। ਉਹ ਇੱਕ ਵੀ ਚੀਜ਼ ਨਾ ਦੇਵੇ, ਆਪਣੀਆਂ ਪਹਿਲੀਆਂ ਵੀ 10 ਲੈ ਲਵੇ, ਫਿਰ ਮੂਰਖ ਕੀ ਕਰੇਗਾ? ਤੋ ਮੂੜਾ ਕੋ ਕਹਾ ਕਰੇ। ਸਾਡੇ ਨਾਲ ਤੇ ਭੱਟ ਚੰਗੇ ਨੇ ਜਿਹੜੇ ਬੜਾ ਸਪਸ਼ਟ ਕਹਿ ਰਹੇ ਨੇ, ਜਿੱਦਾਂ ਤੇਰੀ ਮਰਜ਼ੀ। ਇਹਨੂੰ ਕਹਿੰਦੇ ਨੇ ਜ਼ਿੰਦਗੀ ਦਾ ਏਮ ਕਿਵੇਂ ਹਾਸਲ ਹੋਏਗਾ, ਕਿਵੇਂ ਸਚਿਆਰਾ ਹੋਈਏ, ਕਿਵੇਂ ਕੂੜਾ ਟੁੱਟੇ ਪਾਲ। ਇੱਕੋ ਇੱਕ ਤਰੀਕਾ ਹੈ, ਹੁਕਮ ਰਜ਼ਾਈ ਚੱਲਣਾ। ਉਸ ਰਜ਼ਾਈ ਦੀ ਰਜ਼ਾ ਚ ਆ ਜਾਣਾ, ਉਹਦੇ ਨਿਯਮਾਂ ਦੇ ਵਿੱਚ ਆ ਜਾਣਾ। ਗੁਰੂ ਅਮਰਦਾਸ ਕਾਰਨ ਕਰਨ, ਜਿਵੇਂ ਤੂੰ ਰੱਖੇ ਤਿਵੇਂ ਰਹੋ। ਜਿਵੇਂ ਰੱਖੇਗਾ ਉਦਾਂ ਰਵਾਂਗੇ ਅਸੀਂ। ਮੈਂ ਤੇਰੇ ਅੱਗੇ ਸਮਰਪਿਤ ਹਾਂ। ਇੱਥੇ ਆ ਕੇ ਉਹ ਸਮਾਪਤੀ ਕਰ ਰਹੇ ਨੇ। ਇਸ ਤੋਂ ਅੱਗੇ ਫਿਰ ਭੱਟ ਭਿੱਖੇ ਕੇ 2 ਸਵਈਏ ਆ ਗਏ, ਜਿਹਦੇ ਵਿੱਚ ਭੱਟ ਭਿੱਖਾ ਆਰੰਭਤਾ ਕਰਦੇ ਨੇ, ਗੁਰ ਗਿਆਨ ਅਰ ਧਿਆਨ ਤਤ ਸੋ ਤਤ ਮਿਲਾਵੇ। ਗੁਰੂ ਅਮਰਦਾਸ ਗਿਆਨ ਰੂਪ ਤੇ ਧਿਆਨ ਰੂਪ ਨੇ, ਭਾਵ ਉਹਨਾਂ ਦੇ ਅੰਦਰ ਇੱਕ ਅਕਾਲ ਪੁਰਖ ਦਾ ਗਿਆਨ ਹੈ, ਉਹਨਾਂ ਨੇ ਇੱਕ ਪ੍ਰਭੂ ਦਾ ਧਿਆਨ ਧਾਰਿਆ ਹੋਇਆ। ਤੇ ਧਿਆਨ ਕਿਵੇਂ ਧਾਰਿਆ? ਘਟ ਘਟ ਮੈਂ ਹਰ ਜੂ ਬਸੈ। ਧਿਆਨ ਕਿਵੇਂ ਧਾਰਿਆ ਹੈ? ਸਭ ਗੋਬਿੰਦ ਹੈ, ਸਭ ਗੋਬਿੰਦ ਹੈ। ਉਹ ਸਾਰਿਆਂ ਵਿੱਚ ਰੱਬ ਦੇਖਦੇ ਨੇ। ਇਹਨੂੰ ਕਹਿੰਦੇ ਨੇ ਧਿਆਨ ਲਾਣਾ। ਸਿੱਖੀ ਵਿੱਚ ਧਿਆਨ ਲਾਣਾ ਇਹ ਨਹੀਂ ਕਿ ਇੱਕ ਟੱਕ ਕਿਸੇ ਚੀਜ਼ ਨੂੰ ਦੇਖੀ ਜਾਣਾ, ਇਹ ਧਿਆਨ ਲਾਣਾ ਹੈ। ਸਿੱਖ ਧਰਮ ਦੇ ਵਿੱਚ ਧਿਆਨ ਲਾਣ ਦਾ ਮਤਲਬ ਸਾਰਿਆਂ ਵਿੱਚੋਂ ਧਿਆਨ ਨਾਲ ਰੱਬ ਨੂੰ ਦੇਖਣਾ। ਮਾਤਾ ਪਿਤਾ ਵਿੱਚੋਂ, ਬਜ਼ੁਰਗਾਂ ਚੋਂ, ਬੱਚਿਆਂ ਦੇ ਵਿੱਚੋਂ, ਆਂਢੀਆਂ ਗੁਆਂਢੀਆਂ ਚੋਂ, ਜਿਹਨੂੰ ਦੁਸ਼ਮਣ ਮੰਨੀ ਜਾਂਦਾ ਉਹਦੇ ਵਿੱਚੋਂ ਵੀ ਰੱਬ ਦੇਖਣਾ। ਫਰੀਦਾ ਖਾਲਕ ਖਲਕ ਮੈਂ ਖਲਕ ਵਸੈ, ਰੱਬ ਮਾਹੇ ਮੰਦਾ ਕਿਸ ਨੂੰ ਆਖੀਐ, ਜਾਂ ਤਿਸ ਬਿਨ ਕੋਈ ਨਾ ਹੈ। ਸਿੱਖ ਦਾ ਧਿਆਨ ਹੋਵੇ ਰੱਬ ਦੇ ਵਿੱਚ, ਤੇ ਰੱਬ ਕਣ ਕਣ ਵਿੱਚ ਹੈ। ਸਾਰਿਆਂ ਚੋਂ ਰੱਬ ਦੇਖੇਗਾ ਤੇ ਕਿਹਦੇ ਨਾਲ ਬੁਰਾ ਕਰੇਗਾ, ਕਿਹਦੀ ਜੇਬ ਕੱਟੇਗਾ, ਕਿਹਦੇ ਨਾਲ ਕੌੜਾ ਬੋਲੇਗਾ, ਕਿਹਦਾ ਹੱਕ ਖੋਏਗਾ ਤੇ ਕਿਹਦੀ ਨਿੰਦਿਆ ਚੁਗਲੀ ਕਰੇਗਾ, ਰੱਬ ਦੀ। ਉਹਦਾ ਧਿਆਨ ਰੱਬ 'ਚ ਹੈ। ਤੇ ਦੂਜੇ ਧਿਆਨ ਦਾ ਅਰਥ ਹੁੰਦਾ ਹੈ ਨਿਸ਼ਾਨਾ ਗੋਲ। ਬਹੁਤ ਸਾਰੇ ਲੋਕ ਆਖਦੇ ਨੇ ਕਿ ਧਿਆਨ ਕਿੱਥੇ ਟਿਕਾਈਏ। ਮੈਂ ਉਹਨਾਂ ਨੂੰ ਪੁੱਛਦਾ ਤੁਹਾਡਾ ਗੋਲ ਕੀ ਹੈ, ਜ਼ਿੰਦਗੀ ਦਾ ਏਮ ਕੀ ਹੈ, ਗੋਲ ਕੀ ਹੈ? ਉਹ ਕਹਿੰਦੇ ਨੇ ਗੋਲ ਤੇ ਜੀ ਕੋਈ ਅਸੀਂ ਬਣਾਇਆ ਨਹੀਂ। ਉਹ ਗੱਲ ਗੋਲ ਹੀ ਕਰ ਜਾਂਦੇ ਨੇ। ਨਿਸ਼ਾਨਾ ਨਹੀਂ ਜ਼ਿੰਦਗੀ ਦਾ, ਧਿਆਨ ਕਿੱਥੇ ਲਾਉਂ? ਮਾਨੋ ਮੈਂ ਜਰਮਨੀ ਚ ਆ, ਫਰੈਂਕਫਰਟ ਦੇ ਵਿੱਚ ਆ, ਮੈਂ ਜਾਣਾ ਪੈਰਿਸ ਹੈ, ਕਾਰ ਚਲਾ ਰਿਹਾ ਮੈਂ। ਹੁਣ ਮੇਰਾ ਧਿਆਨ ਪੈਰਿਸ ਵੱਲ ਹੋਏਗਾ ਤੇ ਮੈਂ ਪੈਰਿਸ ਚ ਜਾਵਾਂਗਾ ਨਾ। ਜੇ ਧਿਆਨ ਉੱਕ ਗਿਆ, ਗਲਤ ਐਗਜ਼ਿਟ ਲੈ ਲਿਆ, ਮੈਂ ਪੈਰਿਸ ਤੋਂ ਦੂਰ ਚਲਾ ਜਾਵਾਂਗਾ।
ਮੈਨੂੰ ਧਿਆਨ ਰੱਖਣਾ ਪਏਗਾ ਆਪਣੇ ਗੋਲ ਵਿੱਚ, ਆਪਣੇ ਨਿਸ਼ਾਨੇ ਤੇ। ਸਿੱਖ ਦਾ ਧਿਆਨ ਹੋਵੇ ਆਪਣੇ ਨਿਸ਼ਾਨੇ ਤੇ। ਕਿਮ ਸਚਿਆਰਾ ਹੋਈ ਹੈ, ਇਹ ਨਿਸ਼ਾਨਾ ਹੈ, ਤੇ ਸਚਿਆਰਾ ਹੈ ਰੱਬ। ਰੱਬ ਵਿੱਚ ਧਿਆਨ ਹੋਵੇ। ਮੈਂ ਸਚਿਆਰ ਕਿਵੇਂ ਬਣਨਾ ਤੇ ਦੂਜੇ ਚ ਰੱਬ ਕਿਵੇਂ ਦੇਖਣਾ। ਗੁਰੂ ਦਾ ਗਿਆਨ ਇੱਕ ਰੱਬ ਦਾ ਹੈ। ਉਹਨਾਂ ਨੇ ਤੇਤੀਆਂ ਨੂੰ ਛੱਡ ਕੇ, ਤੀਰਥਾਂ ਦੀ ਯਾਤਰਾ ਛੱਡ ਕੇ, ਗੁਰੂ ਅਮਰਦਾਸ ਸਾਹਿਬ ਜੀ ਨੇ ਇੱਕ ਗੁਰੂ ਪਾਸੋਂ ਗਿਆਨ ਲੈ ਲਿਆ ਰੱਬ ਦਾ। ਗੁਰੂ ਦੇ ਕੋਲ ਇੱਕ ਰੱਬ ਦਾ ਗਿਆਨ ਹੈ ਤੇ ਉਹਨਾਂ ਦਾ ਧਿਆਨ ਵੀ ਇੱਕ ਰੱਬ ਹੈ। ਸਾਰਿਆਂ ਚ ਇੱਕ ਰੱਬ ਦੇਖਦੇ ਨੇ। ਉਹਨਾਂ ਦੀ ਜ਼ਿੰਦਗੀ ਦਾ ਏਮ, ਗੋਲ, ਨਿਸ਼ਾਨਾ ਵੀ ਰੱਬ ਹੈ। ਇਹ ਹੈ ਧਿਆਨ। ਕਿੰਨਿਆਂ ਕੁ ਨੇ ਆਪਣਾ ਧਿਆਨ ਲਗਾਇਆ ਸਚਿਆਰ ਹੋਣ ਵਿੱਚ। ਸਚਿਆਰ ਹੋਣਾ ਸਾਡਾ ਨਿਸ਼ਾਨਾ ਹੈ, ਸਾਡੀ ਮੰਜ਼ਿਲ ਹੈ। ਉਹਦੇ ਤੇ ਧਿਆਨ ਧਰਾਂਗੇ ਤੇ ਗਲਤ ਐਗਜ਼ਿਟ ਨਹੀਂ ਲੈ ਸਕਦੇ। ਸਹੀ ਸਹੀ ਆਪਣੀ ਮੰਜ਼ਿਲ ਤੇ ਪਹੁੰਚ ਜਾਵਾਂਗੇ। ਜਦੋਂ ਉੱਥੇ ਧਿਆਨ ਹੋਏਗਾ, ਫਿਰ ਤਤ ਸਿਓ ਤਤ ਮਿਲਾਵਿਆ ਹੋਏਗਾ। ਫਿਰ ਪ੍ਰਭੂ ਚ ਮਿਲਾਂਗੇ। ਉਹ ਕਿਵੇਂ ਹੋਏਗਾ? ਸੱਚ, ਸੱਚ ਜਾਣੀਏ। ਇੱਥੇ ਫਿਰ ਸੱਚ ਦੀ ਗੱਲ ਆ ਗਈ। ਇੱਕ ਚਿੱਤੈ ਲਿਵ ਲਾਵੈ, ਸੱਚ ਨਾਲ ਜੁੜ ਕੇ, ਸਦਾ ਸੱਚ ਦੇ ਨਾਲ ਜੁੜ ਜਾਣਾ। ਸੱਚ ਨਾਲ ਜੁੜ ਕੇ ਸੱਚ ਨੂੰ ਜਾਣਨਾ, ਚਿੱਤ ਇੱਕ ਵਿੱਚ ਜੋੜ ਲੈਣਾ। ਤੇ ਇਹੀ ਭੱਟ ਭਿੱਖਾਂ ਨੇ ਜਿਨ੍ਹਾਂ ਨੇ ਫਿਰ ਆਪਣੇ ਆਉਣ ਬਾਰੇ ਵੀ ਦੱਸ ਦਿੱਤਾ। ਕਹਿਣ ਲੱਗੇ ਅਸੀਂ ਭਟਕਦੇ ਰਹੇ ਹਾਂ ਬੜੀਆਂ ਥਾਵਾਂ ਤੇ, ਕਿਤੋਂ ਸਾਨੂੰ ਆਤਮਿਕ ਜੀਵਨ ਗੁਣ ਨਹੀਂ ਸੀ ਮਿਲੇ ਰੱਬ ਦੇ। ਰਹੇ ਉਹ ਸੰਤ ਹੋ ਟੋਲ, ਸਾਧ ਬਹੁਤ ਤੇਰੇ ਡਿੱਠੇ। ਅਨੇਕਾਂ ਸੰਨਿਆਸੀਆਂ ਤਪੱਸਿਆ ਨੂੰ ਦੇਖਿਆ, ਪੰਡਤਾਂ ਦੇ ਕੋਲ ਗਏ, ਸਾਲ ਭਰ ਫਿਰਦੇ ਰਹੇ। ਬਰਸ ਏਕ ਹੋ ਫਰਿਓ, ਕਿੰਨੇ ਨਾ ਪਰਚੂ ਲਾਇਓ। ਅਖੀਰ ਤੇ ਗੁਰ ਦਈ ਮਿਲਾਇਓ ਭਿਖਿਆ, ਜੀਵ ਤੂੰ ਰੱਖੈ ਤਿਵ ਰਹੋ। ਆਖਰ ਦਿਆਲੂ ਪ੍ਰਭੂ ਨੇ ਗੁਰੂ ਨਾਲ ਮਿਲਾ ਦਿੱਤਾ। ਇੱਥੇ ਆ ਕੇ ਹੁਣ ਭੱਟ ਭਿੱਖਾ ਵੀ ਇਹੀ ਗੱਲ ਕਹਿ ਰਹੇ ਨੇ। ਇਹ ਨਹੀਂ ਕਹਿੰਦੇ ਸਾਨੂੰ ਆਹ ਦੇ, ਸਾਨੂੰ ਆਹ ਦੇ। ਲਿਸਟਾਂ ਨਹੀਂ, ਡਿਮਾਂਡਾਂ ਨਹੀਂ ਕਰ ਰਹੇ। ਉਹ ਕਹਿ ਰਹੇ ਨੇ ਜਿਵ ਤੂੰ ਰੱਖੈ ਤਿਵ ਰਹੋ। ਜਿਵੇਂ ਤੂੰ ਰੱਖੇ ਉਦਾਂ ਹੀ ਰਵਾਂਗਾ ਮੈਂ ਤੇਰੀ ਰਜ਼ਾ ਚ ਰਾਜ਼ੀ ਹਾਂ। ਸਚਿਆਰ ਹੋਣ ਦਾ ਇੱਕੋ ਇੱਕ ਸਾਧਨ ਹੈ। ਕਿਵੇਂ ਸਚਿਆਰਾ ਹੋਈ ਹੈ, ਕਿਵੇਂ ਕੂੜਾ ਟੁੱਟੇ ਪਾਲ, ਹੁਕਮ ਰਜ਼ਾਈ ਚੱਲਣਾ। ਜਿਵ ਤੂੰ ਰੱਖੈ ਤਿਵ ਰਹੋ। ਆਹ ਹੈ ਧਿਆਨ, ਆਹ ਹੈ ਗੋਲ, ਆਹ ਹੈ ਨਿਸ਼ਾਨਾ। ਤੇ ਨਿਸ਼ਾਨੇ ਤੱਕ ਜਾਣ ਵਾਲੀ ਸੜਕ ਹੈ ਹੁਕਮ ਰਜ਼ਾਈ ਚੱਲਣਾ। ਜਿਵ ਤੂੰ ਰੱਖੈ ਤਿਵ ਰਹੋ। ਧਨ ਨੇ ਜਿਨ੍ਹਾਂ ਨੇ ਭਾਣੇ ਨੂੰ ਸਮਝ ਲਿਆ। ਭਾਣੇ ਜਿਵ ਵਰਦਾਤ ਨਹੀਂ, ਬੰਦ ਖਲਾਸੀ ਭਾਣੇ ਹੋਏ। ਉਹਦੀ ਰਜ਼ਾ ਚ, ਉਹਦੇ ਨਿਯਮਾਂ ਚ ਆਉਣਾ ਪੈਣਾ। ਉਹਦੇ ਨਿਯਮਾਂ ਤੋਂ ਬਾਹਰ ਜਾ ਕੇ ਅਸੀਂ ਕੁਛ ਨਹੀਂ ਕਰ ਸਕਦੇ। ਸਾਨੂੰ ਰੱਬੀ ਹੁਕਮਾਂ ਚ ਜ਼ਿੰਦਗੀ ਜਿਉਣੀ ਪਏਗੀ, ਤਾਂ ਹੀ ਕੁਛ ਬਣੇਗਾ। ਆਖਰੀ ਜਿਹੜੇ ਦੋ ਸਵਈਏ ਨੇ, ਭੱਟ ਸਲ ਤੇ ਭੱਟ ਭਲਦੇ ਨੇ। ਭੱਟ ਸਲ ਨੇ ਗੁਰੂ ਅਮਰਦਾਸ ਪਾਤਸ਼ਾਹ ਨੂੰ ਸੂਰਮਾ ਜਾਣਿਆ ਹੈ। ਉਹ ਸੂਰਮੇ ਦੀ ਤਰ੍ਹਾਂ ਨੇ। ਪਹਿਰ ਸਮਾਧ ਸਨਾ, ਗਿਆਨ ਹੈ ਆਸਨ ਚੜਿਓ। ਸੱਚਮੁੱਚ ਵਿਕਾਰਾਂ ਨੂੰ ਕਾਬੂ ਚ ਕਰਨਾ ਸੂਰਮਿਆਂ ਵਾਲਾ ਗੁਣ ਹੈ। ਕਬੀਰ ਸਤਿਗੁਰ ਸੂਰਮੇ ਬਾਇਆ ਬੰਗ ਜੋ ਏਕ, ਲਾਗਤੀ ਭੋਈ ਗ੍ਰਿਪਿਆ ਪਰਿਆ ਪਰਿ ਜਿਛੇ। ਗੁਰੂ ਸੂਰਮਾ ਹੈ। ਜਿਹੜਾ ਭੱਟ ਭਲ ਹੈ, ਉਹ ਆਖਦੇ ਜਦੋਂ ਮੈਂ ਗੁਰੂ ਅਮਰਦਾਸ ਪਾਤਸ਼ਾਹ ਦੇ ਗੁਣ ਜਾਣਨ ਲੱਗਦਾ, ਮੈਂ ਤੇ ਅੰਤ ਵੀ ਨਹੀਂ ਪਾ ਸਕਦਾ। ਕਨਹਰ ਬੂੰਦ ਬਸੋ ਰੁਮਾਵਲ, ਕੁਸਮ ਬਸੰਤ ਗ੍ਰੰਥ ਨਾ ਆਵੇ। ਕੋਈ ਬੱਦਲ ਦੀਆਂ ਕਣੀਆਂ ਗਿਣ ਸਕਦਾ ਹੈ, ਧਰਤੀ ਦੀ ਬਨਸਪਤੀ ਭਾਵੇਂ ਗਿਣ ਲਵੇ, ਫੁੱਲ ਗਿਣ ਲਵੇ। ਗੁਰੂ ਦੇ ਗੁਣ ਕੌਣ ਗਿਣ ਸਕਦਾ ਹੈ? ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਣ ਆਵੇ। ਤੇਰੀ ਉਪਮਾ ਕਹੀ ਨਹੀਂ ਜਾ ਸਕਦੀ। ਇਸ ਤੋਂ ਅੱਗੇ ਭੱਟ ਗੁਰੂ ਰਾਮਦਾਸ ਪਾਤਸ਼ਾਹ ਦੀ ਸਿਫਤ ਕਰਦੇ ਨੇ। ਗੁਰੂ ਅਮਰਦਾਸ ਪਾਤਸ਼ਾਹ ਜੀ ਜਿਹੜੀ ਸਿਫਤ ਦੇ ਸਵਈਏ ਨੇ, ਉਹ 60 ਸਵਈਏ ਨੇ, ਜਿਨ੍ਹਾਂ ਵਿੱਚੋਂ 13 ਭੱਟ ਕਲਸਹਾਰ ਦੇ, 16 ਭੱਟ ਨਲ ਦੇ, 11 ਨੇ ਭੱਟ ਗਿਆਨ ਦੇ, 7 ਭੱਟ ਮਥੁਰਾ ਦੇ ਨੇ, 5 ਭੱਟ ਬਲ ਦੇ ਨੇ, 4 ਭੱਟ ਕੀਰਤ ਦੇ ਨੇ, 2 ਭੱਟ ਸਲ ਦੇ ਨੇ। ਉਹੀ ਗੁਣਾਂ ਦੀ ਲੜੀ ਅੱਗੋਂ ਚੱਲ ਰਹੀ ਹੈ। ਜਦੋਂ ਭੱਟ ਕਲਸਹਾਰ ਸਿਫਤ ਕਰਦੇ ਨੇ, ਇੱਕ ਮਨ ਪੁਰਖ ਨਿਰੰਜਨ ਧਿਆਵੋ। ਇੱਕ ਅਕਾਲ ਪੁਰਖ ਨੂੰ ਧਿਆ ਕੇ, ਇੱਕ ਰੱਬ ਨਾਲ ਜੁੜ ਕੇ ਗੁਰੂ ਰਾਮਦਾਸ ਪਾਤਸ਼ਾਹ ਜੀ ਦੀ ਫਿਰ ਉਹ ਸਿਫਤ ਕਰਦੇ ਨੇ। ਤੇ ਸਿਫਤ ਕਰਦੇ ਆ ਗੁਰੂ ਰਾਮਦਾਸ ਪਾਤਸ਼ਾਹ ਦੀ ਸਿਫਤ ਨੂੰ ਸ਼ੁਰੂ ਕਰਦੇ ਆ। ਭੱਟ ਕਲਸਹਾਰ ਆਖਦੇ ਨੇ, ਜੰਪੋਂ ਗੁਣ ਵਿਮਲ ਸੁਜਨ ਜਨ ਕੇਰੇ, ਅਮੇ ਨਾਮ ਜਾਪੋ ਫੁਰਿਆ। ਮੈਂ ਉਸ ਗੁਰੂ ਰਾਮਦਾਸ ਪਾਤਸ਼ਾਹ ਦੇ ਨਿਰਮਲ ਗੁਣ ਗਾਉਂਦਾ ਹਾਂ, ਜਿਨ੍ਹਾਂ ਦੇ ਅੰਦਰ ਉਸੇ ਰੱਬ ਦਾ ਨਾਮ ਅਨੁਭਵ ਹੋ ਗਿਆ। ਰੱਬੀ ਗੁਣ ਉਹਨਾਂ ਦੇ ਅੰਦਰ ਇਕੱਠੇ ਹੋ ਗਏ। ਇਨ ਮੈਨੇ ਇਸ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਕੀ ਕੀਤਾ? ਸਤਿਗੁਰੂ ਸੇਵ ਸ਼ਬਦ ਰਸ ਪਾਇਆ। ਆਪਣੇ ਗੁਰੂ ਅਮਰਦਾਸ ਪਾਤਸ਼ਾਹ ਪਾਸੋਂ ਸ਼ਬਦ ਲੈ ਕੇ ਸ਼ਬਦ ਦੇ ਰਸ ਨੂੰ ਲੈ ਲਿਆ। ਸ਼ਬਦ ਦਾ ਰਸ ਕੀ ਹੈ? ਗਿਆਨ, ਸ਼ਬਦ ਦੀ ਸਮਝ, ਸ਼ਬਦ ਦੀ ਵਿਚਾਰਧਾਰਾ, ਸ਼ਬਦ ਦੀ ਫਿਲਾਸਫੀ, ਇਹ ਰਸ ਹੈ ਸ਼ਬਦ ਦਾ। ਗੁਰਬਾਣੀ ਦਾ ਗਿਆਨ ਹਾਸਲ ਕਰ ਲੈਣਾ। ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਗਿਆਨ ਹਾਸਲ ਕੀਤਾ, ਨਾਮ ਨਿਰੰਜਨ ਔਰ ਤਰਿਆ। ਉਹਨਾਂ ਨੇ ਆਪਣੇ ਹਿਰਦੇ ਵਿੱਚ ਉਸ ਨਿਰੰਜਨ ਦਾ ਨਾਮ ਟਿਕਾ ਲਿਆ। ਔਰ ਇਸੇ ਰੀਤ ਨੂੰ ਹੁਣ ਭੱਟ ਕਲਸਹਾਰ ਅੱਗੇ ਤੋਰ ਰਹੇ ਨੇ। ਕਿਵੇਂ ਤੋਰ ਰਹੇ ਨੇ?
ਕਹਿਣ ਲੱਗੇ ਜਿਵੇਂ ਗੁਰੂ ਨਾਨਕ ਪਾਤਸ਼ਾਹ, ਜਿਵੇਂ ਗੁਰੂ ਅੰਗਦ ਦੇਵ ਪਾਤਸ਼ਾਹ, ਜਿਵੇਂ ਗੁਰੂ ਅਮਰਦਾਸ ਪਾਤਸ਼ਾਹ, ਉਦਾਂ ਹੀ ਅੱਗੋਂ ਗੁਰੂ ਰਾਮਦਾਸ ਪਾਤਸ਼ਾਹ ਦੇ ਜੀਵਨ ਦੇ ਵਿੱਚ ਵੀ ਇਹ ਸਾਰੇ ਗੁਣ ਅੱਗੋਂ ਚੱਲ ਰਹੇ ਹਨ। ਨਾਨਕ ਪ੍ਰਸਾਦ ਅੰਗਦ ਸੁਮਤ ਗੁਰ ਅਮਰ ਅਮਰ ਵਰਤਾਇਓ। ਪਿਛਲੇ ਤਿੰਨ ਗੁਰਾਂ ਦਾ ਜ਼ਿਕਰ ਕਰ ਦਿੱਤਾ ਗਿਆ। ਗੁਰੂ ਨਾਨਕ ਸਾਹਿਬ ਦੀ ਕਿਰਪਾ ਨਾਲ, ਗੁਰੂ ਅੰਗਦ ਦੇਵ ਪਾਤਸ਼ਾਹ ਦੀ ਦਿੱਤੀ ਸਮਤ ਨਾਲ, ਗੁਰੂ ਅਮਰਦਾਸ ਪਾਤਸ਼ਾਹ ਦੇ ਹੁਕਮ ਦੇ ਨਾਲ, ਗੁਰੂ ਰਾਮਦਾਸ ਕੱਲ ਉਚਰੈ ਤੇ ਅਟਲ ਅਮਰ ਪਦ ਪਾਇਓ। ਪਟਕਲ ਸਾਰ ਜੀ ਆਖਦੇ ਨੇ ਤੁਸੀਂ ਅਟਲ ਪਦਵੀ ਨੂੰ ਪ੍ਰਾਪਤ ਕਰ ਲਿਆ। ਹਾਲਾਂਕਿ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਮਾਤਾ ਪਿਤਾ ਤੇ ਛੋਟੀ ਉਮਰ 'ਚ ਚਲੇ ਗਏ ਸਨ, ਪਰ ਪਟਕਲ ਸਾਰ ਆਖਦੇ ਨੇ ਤੁਹਾਡੀ ਮਾਂ ਤੁਹਾਡਾ ਪਿਤਾ ਕੌਣ ਹੈ? ਮਤ ਮਾਤਾ, ਮਾਤਾ ਮਤ, ਪਿਤਾ ਮਤ ਮਾਤਾ, ਸੰਤੋਖ ਪਿਤਾ, ਸਰ ਸਹਿਜ ਸਮਾਇਓ। ਤੁਹਾਨੂੰ ਮਤ ਮਿਲ ਗਈ ਗੁਰੂ ਦੀ, ਤੁਹਾਡੀ ਮਾਂ ਬਣ ਗਈ। ਸੰਤੋਖ ਰੋਜੀ ਰਾਜ ਤੁਹਾਨੂੰ ਪਿਤਾ ਮਿਲ ਗਿਆ। ਸਹਿਜ ਦੇ ਸਰੋਵਰ ਵਿੱਚ ਟਿਕ ਗਏ ਹੋ। ਅੱਜ 19 ਸੰਭਵਿਓ ਜਗਤ ਗੁਰ ਬਚਨ ਤਰਾਇਓ। ਇਸੇ ਨੂੰ ਅੱਗੇ ਚੱਲ ਕੇ ਫਿਰ ਭੱਟ ਅੱਗੋਂ ਆਖਦੇ ਨੇ, ਇਹ ਸਤਿਗੁਰੂ ਪਾਤਸ਼ਾਹ ਜੀਓ, ਪਟਕਲ ਸਾਰ ਜਦੋਂ ਸਮਾਪਤੀ ਕਰਦੇ ਨੇ, ਗੁਰੂ ਨਾਨਕ ਦਾ ਰੂਪ ਕਹਿ ਦਿੰਦੇ ਨੇ, ਗੁਰੂ ਅੰਗਦ ਦੇਵ ਪਾਤਸ਼ਾਹ ਦਾ ਰੂਪ ਕਹਿ ਦਿੰਦੇ ਨੇ। ਗੁਰੂ ਨਾਨਕ ਅੰਗਦ ਅਮਰ ਭਗਤ ਹਰ ਸੰਗ ਸਮਾਣੇ, ਇਹ ਰਾਜ ਜੋਗ ਗੁਰੂ ਰਾਮਦਾਸ ਤੁਮ ਹੂੰ ਰਸ ਜਾਣੇ। ਗੁਰੂ ਨਾਨਕ, ਗੁਰੂ ਅੰਗਦ, ਗੁਰੂ ਅਮਰਦਾਸ ਪਾਤਸ਼ਾਹ ਦੀ ਤਰ੍ਹਾਂ ਹੋਰ ਭਗਤ ਜਿਹੜੇ ਅਕਾਲ ਪੁਰਖ ਚ ਲੀਨ ਹੋਏ, ਇਹ ਗੁਰੂ ਰਾਮਦਾਸ ਪਾਤਸ਼ਾਹ ਆਪ ਨੇ ਵੀ ਰਾਜ ਜੋਗ ਦੇ ਸਾਧ ਨੂੰ ਜਾਣਿਆ। ਜਿਹੜਾ ਗੁਰੂ ਨਾਨਕ ਪਾਤਸ਼ਾਹ ਨੇ ਜਾਣਿਆ ਸੀ, ਉਹੀ ਰਾਜ ਜੋਗ ਹੁਣ ਤੁਹਾਡੇ ਤੱਕ ਪਹੁੰਚ ਗਿਆ ਹੈ। ਭੱਟ ਨਲ ਜੀ ਦੇ ਇੱਥੋਂ ਸਵਈਏ ਹੁਣ ਆਰੰਭ ਹੋ ਰਹੇ ਨੇ, ਜਿਹਦੇ ਵਿੱਚ ਭੱਟ ਨਲ ਆਖਦੇ ਨੇ ਕਿ ਉਹ ਗੁਰੂ ਰਾਮਦਾਸ ਪਾਤਸ਼ਾਹ ਜਿਹਦੀ ਸੇਵਾ ਸਾਰੇ ਕਰਦੇ ਨੇ, ਜਾ ਕੀ ਸੇਵਾ ਸਿੱਧ ਸਾਧ ਮੁਨ ਜਨ ਸੁਰ ਨਰ ਜਾਚੈ। ਉਸ ਗੁਰੂ ਰਾਮਦਾਸ ਪਾਤਸ਼ਾਹ ਨੂੰ ਕਿਵੇਂ ਕਿਰਪਾ ਮਿਲੀ? ਸ਼ਬਦ ਸਾਰ ਏਕ ਲਿਵਲਾਈ ਹੈ। ਉਸ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਵੀ ਸ੍ਰੇਸ਼ਟ ਸ਼ਬਦ ਨਾਲ ਸਾਂਝ ਪਾਈ। ਗੁਰੂ ਦਾ ਸ੍ਰੇਸ਼ਟ ਸ਼ਬਦ ਸ੍ਰੇਸ਼ਟ ਹੈ, ਤੇ ਗੁਰੂ ਨੇ ਇੱਕ ਅਕਾਲ ਪੁਰਖ ਦੇ ਨਾਲ ਆਪਣੀ ਲੇਵ ਨੂੰ ਜੋੜਿਆ ਹੋਇਆ ਹੈ। ਫਿਰ ਉਹਨਾਂ ਨੇ ਆਪਣੇ ਮਨ, ਬਚਨ, ਕਰਮ ਦੇ ਅਨੁਸਾਰ ਇੱਕ ਪ੍ਰਭੂ ਨੂੰ ਜਾਣਿਆ ਹੈ। ਭਾਵ ਉਹਨਾਂ ਦੇ ਮਨ ਵਿੱਚ ਇੱਕ ਪ੍ਰਭੂ ਦੀ ਯਾਦ ਹੈ, ਉਹਨਾਂ ਦੇ ਬਚਨਾਂ ਦੇ ਵਿੱਚ ਇੱਕ ਪ੍ਰਭੂ ਦੀ ਆਵਾਜ਼ ਹੈ, ਤੇ ਉਹਨਾਂ ਦੇ ਕਰਮਾਂ ਦੇ ਵਿੱਚ ਪ੍ਰਭੂ ਦੀ ਸੇਵਾ ਹੈ। ਇਸੇ ਸਵਈਏ ਜਦੋਂ ਅਸੀਂ ਅੱਗੇ ਚੱਲ ਕੇ ਅਸੀਂ ਦੇਖਦੇ ਹਾਂ 3 ਨੰਬਰ ਦੇ ਸਵਈਏ ਦੇ ਵਿੱਚ, ਫੁਨ ਮਨ ਬਚ ਕਰਮ ਜਾਨ, ਅਨੰਤ ਦੂਜਾ ਨਾ ਮਾਨ, ਨਾਮ ਸੋ ਅਪਾਰ ਸਰ, ਦੀਨੋ ਗੁਰ ਰਿਦ ਤਰ। ਭਾਵ ਮਨ ਕਰਕੇ, ਬਚਨਾਂ ਕਰਕੇ, ਕਰਮਾਂ ਕਰਕੇ ਇਹ ਜੀਵ, ਇਹ ਕਵੀ, ਤੂੰ ਵੀ ਉਸ ਨਾਮ ਨੂੰ ਦ੍ਰਿੜ ਕਰ ਜਿਹਨੂੰ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਦ੍ਰਿੜ ਕੀਤਾ ਹੈ। ਅਖੀਰ ਤੇ ਜਾ ਕੇ ਫਿਰ ਉਹ ਵੀ ਸਤਿਗੁਰੂ ਗੁਰੂ ਰਾਮਦਾਸ ਪਾਤਸ਼ਾਹ ਜੀ ਦੀ ਸਿਫਤ ਨੂੰ ਜਦੋਂ ਸੰਪੂਰਨ ਕਰਦੇ ਨੇ, ਤੇ ਸੰਪੂਰਨ ਕਰਦੇ ਆਖਦੇ ਨੇ ਕਿ ਉਸ ਗੁਰੂ ਦੇ ਚਰਨਾਂ ਨਾਲ ਜੁੜ ਕੇ ਕੱਚੋ ਕੰਚਨ ਪਇਓ, ਸ਼ਬਦ ਗੁਰੂ ਸਰਵਣੈ ਸੁਣਿਓ, ਬਿਖ ਤੇ ਅੰਮ੍ਰਿਤ ਹੋਇਓ, ਨਾਮ ਸਤਿਗੁਰੂ ਮੁਖ ਪਣਿਓ। ਉਸ ਗੁਰੂ ਦੇ ਪਾਸੋਂ ਸ਼ਬਦ ਸੁਣ ਕੇ ਕੱਚ ਤੋਂ ਸੋਨਾ ਬਣ ਗਏ। ਉਹ ਜੀਵ ਜ਼ਹਿਰ ਤੋਂ ਅੰਮ੍ਰਿਤ ਹੋ ਗਏ। ਭਾਵ ਉਹ ਜੀਵ ਦੁਨੀਆ ਨੂੰ ਜ਼ਿੰਦਗੀ ਦੇਣ ਲੱਗ ਪਿਆ, ਜਿਹਨੇ ਗੁਰੂ ਦੇ ਨਾਮ ਨੂੰ ਜ਼ਬਾਨ ਤੋਂ ਜਪਿਆ। ਇਹ ਜਿਹੜੇ ਪ੍ਰਸਿੱਧ ਸਵਈਏ ਜ਼ਬਾਨੀ ਕਈਆਂ ਨੂੰ ਯਾਦ ਨੇ, ਉਹ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ, ਜਾਮ ਗੁਰੂ ਹੋਏ ਵੱਲ ਧਨੇ ਕਿਆ ਗਾਰਵ ਦਿੱਜੈ, ਜਾਂ ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ। ਗੁਰੂ ਤੋਂ ਬਿਨਾਂ ਸਮਝ ਨਹੀਂ ਆਉਂਦੀ, ਗੁਰੂ ਤੋਂ ਬਿਨਾਂ ਕੋਈ ਰਸਤਾ ਨਹੀਂ ਹੈ। ਇਸ ਕਰਕੇ ਜਿਨ ਗੁਰੂ ਨਾ ਦੇਖਿਓ ਨਹੁ ਕੀਓ, ਤੇ ਅਕਿਥ ਸੰਸਾਰ ਮੈਂ, ਜਿਹਨੇ ਗੁਰੂ ਦੇ ਨਾਲ ਸਾਂਝ ਨਹੀਂ ਪਾਈ, ਉਹਦਾ ਤੇ ਜੀਵਨ ਹੀ ਵਿਅਰਥ ਹੋ ਜਾਂਦਾ ਹੈ। ਇਸ ਤੋਂ ਅੱਗੇ ਭੱਟ ਜੀ ਜਦੋਂ ਸਿਫਤ ਕਰਦੇ ਨੇ, ਭੱਟ ਨਲ ਜੀ ਦੇ 16 ਸਵਈਏ ਨੇ, ਔਰ ਇਹਨਾਂ 16 ਸਵਈਆਂ ਦੇ ਵਿੱਚ ਗੁਰੂ ਦੀ ਸਿਫਤ ਕਰਦਿਆਂ ਕਰਦਿਆਂ ਆਖਦੇ ਨੇ ਵੀ ਗੁਰੂ ਤੋਂ ਬਿਨਾਂ ਅੱਜ ਤੱਕ ਸੱਚੀ ਮੁੱਚੀ ਤਰਿਆ ਹੀ ਕੋਈ ਨਹੀਂ ਹੈ। ਗੁਰ ਜਹਾਜ਼ ਖੇਵਟ ਗੁਰੂ, ਗੁਰ ਬਿਨ ਤਰਿਆ ਨਾ ਕੋਏ, ਗੁਰ ਪ੍ਰਸਾਦ ਪ੍ਰਭ ਪਾਈਏ, ਗੁਰ ਬਿਨ ਮੁਕਤ ਨਾ ਹੋਏ। ਗੁਰੂ ਤੋਂ ਬਿਨਾਂ ਮੁਕਤੀ ਨਹੀਂ ਹੈ। ਇਹੀ ਭੱਟ ਜਿਹੜੇ ਨਲ ਨੇ, ਇਹਨਾਂ ਦਾ ਇੱਕ ਨਾਮ ਦਾਸ ਵੀ ਆਇਆ ਹੈ ਗੁਰਬਾਣੀ ਵਿੱਚ। ਅਬ ਰਾਖੋ ਦਾਸ ਭਾਟ ਕੀ ਲਾਜ, ਜੈਸੀ ਰਾਖੀ ਲਾਜ ਭਗਤ ਪ੍ਰਹਿਲਾਦ ਕੀ, ਹਰਨਾਖਸ ਫਾਰੇ ਕਰ ਆਜ। ਆਪਣੇ ਆਪ ਨੂੰ ਉਹਨਾਂ ਨੇ ਦਾਸ ਕਹਿ ਕੇ ਸੰਬੋਧਨ ਕੀਤਾ ਹੈ ਭੱਟ ਨਲ ਜੀ ਨੇ। ਔਰ ਇਸੇ ਤਰ੍ਹਾਂ ਸਿਫਤ ਕਰਦੇ 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 ਜਦੋਂ ਅਖੀਰ ਤੇ ਪਹੁੰਚਦੇ ਨੇ,
ਅਖੀਰ ਤੇ ਫਿਰ ਗੁਰੂ ਦੇ ਨਾਲ ਸਾਂਝ ਪਾਉਂਦੇ ਨੇ। ਗੁਰੂ ਗੁਰ ਗੁਰੂ ਗੁਰ, ਗੁਰੂ ਜਪ ਪ੍ਰਾਨੀਓ, ਗੁਰੂ ਨਾਲ ਜੁੜ ਜਾਓ, ਗੁਰੂ ਨਾਲ ਜੁੜ ਜਾਓ, ਗੁਰੂ ਨਾਲ ਜੁੜ ਕੇ ਹੀ ਸਾਰਾ ਕੁਝ ਹੈ, ਗੁਰੂ ਤੋਂ ਬਿਨਾਂ ਹੋਰ ਕੁਝ ਵੀ ਨਹੀਂ ਹੈ। ਤੇ ਗੁਰੂ ਦੀ ਸਿਫਤ ਕਰਦੇ ਕਰਦੇ ਆਖਰੀ ਸਵਈਏ ਦੇ ਵਿੱਚ ਜਾ ਕੇ ਫਿਰ ਉਹ ਸਿਫਤ ਕਰਦੇ ਨੇ, ਦਾਸ ਬੇਨਤ ਕਹੈ ਨਾਮ ਗੁਰਮੁਖ ਲਹੈ, ਗੁਰੂ ਗੁਰ ਗੁਰੂ ਗੁਰ, ਗੁਰੂ ਜਪ ਮਨ ਰੇ। ਇੱਥੇ ਸਮਾਪਤੀ ਕਰਦੇ ਨੇ ਪਾਠ ਨਾਲ ਜੀ ਕਿ ਦਾਸ ਭੱਟ ਇੱਕ ਬੇਨਤੀ ਕਹਿੰਦਾ ਹੈ, ਗੁਰੂ ਵਾਲੇ ਬਣ ਕੇ ਨਾਮ ਮਿਲਦਾ ਹੈ, ਇਸ ਕਰਕੇ ਮੇਰੇ ਮਨ ਤੂੰ ਗੁਰੂ ਜਪ हे ਮੇਰੇ ਮਨ ਗੁਰੂ ਨਾਲ ਸਾਂਝ ਪਾ, ਪਰ ਗੁਰੂ ਦੇ ਸ਼ਬਦ ਨਾਲ ਹੀ ਇਹ ਜੀਵਨ ਦੀ ਮੁਕਤੀ ਹੈ। ਭੱਟ ਗਿਆਨਦ ਜੀ ਦੇ ਅੱਗੋਂ ਸਵਈਏ ਆਰੰਭ ਹੋ ਜਾਣਗੇ ਜੀ। 13 ਸਵਈਏ ਭੱਟ ਗਿਆਨਦ ਜੀ ਦੇ ਹਨ, ਜਿਹਦੇ ਵਿੱਚ ਭੱਟ ਗਿਆਨਦ ਜੀ ਵੀ ਆਖਦੇ ਨੇ, ਗੁਰੂ ਤੋਂ ਬਿਨਾਂ ਕੌਣ ਤਰ ਸਕਦਾ ਹੈ, ਗੁਰੂ ਤੋਂ ਬਿਨਾਂ ਮੁਕਤੀ ਨਹੀਂ ਹੈ। ਤੇ ਉਹਨਾਂ ਨੇ ਇੱਥੋਂ ਆਰੰਭਤਾ ਕੀਤੀ, ਸ੍ਰੀ ਗੁਰੂ ਸਾਹਿਬ ਸਭ ਉੱਪਰ, ਕਰੀ ਕਿਰਪਾ ਸਤਿਗੁਰ ਜਿਨ ਤਰੂਪਰ, ਸ੍ਰੀ ਪ੍ਰਹਲਾਦ ਭਗਤ ਉਦਰਿਯੰ, ਹਸਤ ਕਮਲ ਮਾਥੇ ਪਰ ਧਰਿਯੰ। ਸਿਫਤ ਕਰਦਿਆਂ ਕਰਦਿਆਂ ਗੁਰ ਜਹਾਜ਼ ਖੇਵਟ ਗੁਰ, ਗੁਰ ਬਿਨ ਤਰੇ ਨਾ ਕੋਈ। ਗੁਰੂ ਉਹ ਜਹਾਜ਼ ਹੈ, ਗੁਰੂ ਉਹ ਮਲਾਹ ਹੈ, ਜਿਤ ਤੋਂ ਬਿਨਾਂ ਅੱਜ ਤੀਕਰਾਂ ਕੋਈ ਤਰਿਆ ਨਹੀਂ। ਗੁਰ ਪ੍ਰਸਾਦ ਪ੍ਰਭ ਪਾਈਐ, ਗੁਰ ਬਿਨ ਮੁਕਤ ਨਾ ਹੋਏ, ਗੁਰੂ ਤੋਂ ਬਿਨਾਂ ਮੁਕਤੀ ਨਹੀਂ ਹੈ। ਤੇ ਉਹ ਗੁਰੂ ਜਿਹੜਾ ਹੈ ਉਦੋਂ ਸਾਂਝ ਪਏਗੀ ਜਦੋਂ ਕੋਈ ਸਤ ਸੰਗਤ ਵਿੱਚ ਆ ਜਾਏਗਾ। ਸਤ ਸੰਗਤ ਵਿੱਚ ਆ ਕੇ ਹੀ ਐਸੇ ਗੁਰੂ ਨਾਲ ਸਾਂਝ ਬਣਦੀ ਹੈ। ਤੇ ਭੱਟ ਜਿਹੜੇ ਨੇ, ਭੱਟ ਗਿਆਨਦ ਜੀ, ਉਹ ਫਿਰ 5ਵੇਂ ਸਵਈਏ ਤੇ ਜਾ ਕੇ ਫਿਰ ਇਸ ਗੱਲ ਦਾ ਜ਼ਿਕਰ ਕਰਦੇ ਨੇ, ਕੁੰਡਲਨੀ ਸੁਰਜੀ ਸਤ ਸੰਗਤ ਪਰਮਾਨੰਦ, ਗੁਰੂ ਮੁਖ ਮਚਾ, ਸ੍ਰੀ ਗੁਰੂ ਸਾਹਿਬ ਸਭ ਉੱਪਰ, ਮਨ ਬਚ ਕਰਮ ਸੇਵੀਐ ਸੱਚਾ। ਇੱਥੇ ਫਿਰ ਮਨ ਬਚਨ ਕਰਮ ਦੀ ਗੱਲ ਆ ਗਈ ਕਿ ਸਾਡੀ ਜਿਹੜੀ ਕੁੰਡਲੀ ਜਿਹੜੀ ਸੀ, ਕੁੰਡਲਨੀ ਮਾਇਆ ਦੇ ਗੁੰਝਲਾਂ, ਉਹ ਸੁਲਝ ਗਈ ਗੁਰੂ ਦੇ ਦਰ ਤੇ ਆ ਕੇ। ਹੁਣ ਸਾਨੂੰ ਇੜਾ ਪਿੰਗਲਾ ਸੁਖਮਨਾ ਦੇ ਚੱਕਰ ਚ ਪੈਣ ਦੀ ਲੋੜ ਨਹੀਂ, ਕੁੰਡਲੀ ਨੂੰ ਜਾਗਰਣ ਕਰਨ ਦੇ ਲਈ, ਕੁੰਡਲੀ ਨੂੰ ਖੋਲਣ ਦੇ ਲਈ, ਕਿਉਂਕਿ ਇਹਨਾਂ ਨੂੰ ਗੁਰਮਤ ਨੇ ਅਵਗਣ ਕਿਹਾ ਹੈ, ਕੋਝੇ ਕੰਮ ਕਿਹਾ ਹੈ। ਇੜਾ ਪਿੰਗਲਾ ਸੁਖਮਨ ਬੰਦੇ, ਇਹ ਅਵਗਣ ਕਤ ਜਾਹੀ, ਇਹ ਭੈੜੇ ਕੋਝੇ ਕੰਮ ਨੇ, ਇੜਾ ਪਿੰਗਲਾ ਸੁਖਮਨਾ ਦੇ ਚੱਕਰ ਚ ਫਸਣਾ। ਦਸਮ ਦਵਾਰ ਖੋਲਣਾ ਮੂਰਖਾਂ ਦਾ ਕੰਮ ਹੈ, ਮਨ ਨਿਰਮਲ ਨਹੀਂ ਦਸਵੇਂ ਦਵਾਰ, ਭਰਮ ਭਰਮ ਆਵੇ ਮੂੜਾ ਵਾਰੋ ਵਾਰ। ਏਦਾਂ ਮਨ ਨਿਰਮਲ ਨਹੀਂ ਹੁੰਦਾ। ਦਸਮ ਦਵਾਰ ਗੁਰਬਾਣੀ ਵਿੱਚ ਦਿਮਾਗ ਵਾਸਤੇ ਆਇਆ, ਦਿਮਾਗ ਨੂੰ ਖੋਲਣਾ ਪੈਣਾ ਹੈ। ਦਸਮ ਦਵਾਰ ਤੇ ਪ੍ਰਾਣ ਚੜਾਇਆ ਕੁਛ ਨਹੀਂ ਗੱਲ ਬਣਨੀ। ਇਸ ਕਰਕੇ ਕੁੰਡਲਨੀ ਸੁਰਜੀ ਸਤ ਸੰਗਤ ਪਰਮਾਨੰਦ, ਗੁਰੂ ਮੁਖ ਮਚਾ, ਸ੍ਰੀ ਗੁਰੂ ਸਾਹਿਬ ਸਭ ਉੱਪਰ, ਮਨ ਬਚ ਕਰਮ ਸੇਵੀਐ ਸੱਚਾ। ਸਤਿਗੁਰੂ ਪਾਤਸ਼ਾਹ ਕਿਰਪਾ ਕਰਨ। ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਸਵਈਆਂ ਦੀ ਆਪਾਂ ਇੱਥੇ ਵਿਚਾਰ ਰੋਕ ਲੈਂਦੇ ਹਾਂ, ਸਮੇਂ ਦਾ ਧਿਆਨ ਨਹੀਂ ਸੀ, ਸਮਾਂ ਤੇ ਕਾਫੀ ਹੋ ਗਿਆ, 3 ਮਿੰਟ ਉੱਪਰ ਹੋ ਗਏ ਨੇ, 2:30 ਵਜੇ ਤੋਂ 3:30 ਤੋਂ ਇਸ ਮੇਰੇ ਯੂਰਪ ਦੇ ਹਿਸਾਬ ਨਾਲ। ਤੇ ਆਪਾਂ ਇੱਥੇ ਸਮਾਪਤੀ ਕਰਦੇ ਹਾਂ ਤਾਂ ਕਿ ਜੇ ਕੋਈ ਸਵਾਲ ਜਵਾਬ ਹੋਵੇ ਕਰ ਸਕੀਏ। ਕੁੰਡਲਨੀ ਸੁਰਜੀ ਸਤਸੰਗਤ ਤੋਂ ਹੀ, ਭੱਟ ਗਿਆਨਦ ਜੀ ਤੋਂ ਹੀ, ਗੁਰੂ ਰਾਮਦਾਸ ਪਾਤਸ਼ਾਹ ਦੇ ਸਮਈਆਂ ਤੋਂ ਹੀ ਅਸੀਂ ਅਗਲੀ ਸਮਰੀ ਅਗਲੇ ਹਫ਼ਤੇ ਸ਼ੁਰੂ ਕਰਾਂਗੇ ਜੀ। ਹੋਈਆਂ ਬੇਅੰਤ ਭੁੱਲਾਂ ਖਿਮਾ ਕਰਨੀਆਂ, ਮਿਲ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।